ਸਵਾਗਤ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ। ਦੋਸਤੋ, ਗੱਲਾਂ ਤੇ ਗੀਤ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਅਸੀਂ ਕੁਝ ਐਸੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਜੋ ਵਿਸ਼ੇ ਸਾਨੂੰ ਸੇਧ ਦਿੰਦੇ ਨੇ ਕਿ ਜੇ ਜ਼ਿੰਦਗੀ ਅਨਮੋਲ ਹੈ ਤਾਂ ਇਸ ਨੂੰ ਜ਼ਿੰਦਾ ਦਿਲੀ ਦੇ ਨਾਲ ਜੀਣਾ ਚਾਹੀਦਾ ਹੈ। ਕਈ ਵਾਰੀ ਇਨਸਾਨ ਸਾਰੀ ਜ਼ਿੰਦਗੀ ਕੰਮ ਕਰਦਾ ਹੈ, ਵੱਖ-ਵੱਖ ਰੁਝੇਵਿਆਂ ਦੇ ਵਿੱਚ ਰੁੱਝਾ ਹੁੰਦਾ ਹੈ, ਪਰ ਉਹ ਆਪਣੀ ਜ਼ਿੰਦਗੀ ਦਾ ਨਾ ਜੋ ਲੁਤਫ ਹੈ, ਜੋ ਜ਼ਿੰਦਗੀ ਦੇ ਵਿੱਚ ਹਸੀਨਪੁਣਾ ਹੁੰਦਾ ਹੈ, ਉਸ ਨੂੰ ਗਵਾ ਬੈਠਦਾ ਹੈ। ਪਰ ਕਈ ਇਨਸਾਨ ਐਸੇ ਵੀ ਹੁੰਦੇ ਨੇ ਜੋ ਜੌਬ ਕਰਦੇ ਹੋਏ, ਆਪਣੇ ਰੁਜ਼ਗਾਰ ਦੇ ਵਿੱਚ, ਆਪਣੇ ਰੁਝੇਵਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹੋਏ ਫਿਰ ਵੀ ਆਪਣੇ ਸ਼ੌਕ ਨੂੰ ਇਸ ਤਰ੍ਹਾਂ ਪਾਲਦੇ ਨੇ ਕਿ ਉਹ ਸ਼ੌਕ ਉਹਨਾਂ ਦਾ ਸੇਵਾ ਮੁਕਤੀ ਤੋਂ ਬਾਅਦ ਇੱਕ ਐਸਾ ਚਾਨਣ ਮਨਾਰਾ ਬਣ ਜਾਂਦਾ ਹੈ, ਇੱਕ ਐਸੀ ਉਹਨਾਂ ਨੂੰ ਨਾਮਣਾ ਮਿਲ ਜਾਂਦਾ ਹੈ ਉਸ ਸ਼ੌਕ ਦੇ ਨਾਲ ਕਿ ਉਹ ਸੋਚਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਇਹ ਸ਼ੌਕ ਨੂੰ ਪਾਲਿਆ, ਇਸੇ ਤਰ੍ਹਾਂ ਮੈਂ ਉਸ ਸ਼ੌਕ ਨੂੰ ਅੱਗੇ ਵਧਾਉਂਦਾ ਰਹਾਂ। ਸੇਵਾ ਮੁਕਤੀ ਦੇ ਬਾਅਦ ਕਈ ਵਾਰੀ ਮਨ ਦੇ ਉੱਤੇ ਵਿਚਾਰ ਵੀ ਐਸੇ ਹਾਵੀ ਹੋ ਜਾਂਦੇ ਨੇ ਕਿ ਸ਼ਾਇਦ ਮੈਂ ਹੁਣ ਵਿਹਲਾ ਹੋ ਗਿਆ ਹਾਂ, ਮੈਂ ਕੁਝ ਕਰ ਨਹੀਂ ਸਕਦਾ। ਪਰ ਜਿਨ੍ਹਾਂ ਨੇ ਸ਼ੌਕ ਆਪਣੀ ਜਵਾਨੀ ਦੇ ਵਿੱਚ ਪਾਲੇ ਹੋਣ, ਉਹ ਬੁਢਾਪੇ ਦੇ ਵਿੱਚ ਕਿੱਥੇ ਟਲਦੇ ਨੇ, ਫਿਰ ਉਹ ਅੱਗੇ ਹੀ ਵੱਧਦੇ ਰਹਿੰਦੇ ਨੇ। ਅੱਜ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਗੱਲਬਾਤ ਕਰਨੀ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਹੈ, ਜ਼ਿੰਦਗੀ ਦਾ ਲੁਤਫ ਕਿਸ ਤਰ੍ਹਾਂ ਉਠਾਉਣਾ ਚਾਹੀਦਾ ਹੈ, ਜ਼ਿੰਦਗੀ ਅਨਮੋਲ ਹੈ ਤਾਂ ਇਸ ਦਾ ਹਸੀਨਪੁਣਾ ਕਿਸ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਹੈ। ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਸਰਦਾਰ ਅਮਰ ਸਿੰਘ ਸਿੱਧੂ ਜੀ, ਜੋ ਕਿ ਬਹੁਤ ਹੀ ਉੱਘੇ ਸਾਹਿਤਕਾਰ ਨੇ, ਨਿਰਦੇਸ਼ਕ ਨੇ, ਕਹਾਣੀਕਾਰ ਨੇ। ਇਹਨਾਂ ਦੀਆਂ ਕਈ ਕਿਤਾਬਾਂ ਦਰਸ਼ਕਾਂ ਦੀ ਝੋਲੀ ਵਿੱਚ ਆ ਚੁੱਕੀਆਂ ਨੇ, ਜਿਨ੍ਹਾਂ ਨੂੰ ਪਾਠਕ ਬਹੁਤ ਪਿਆਰ ਦੇ ਨਾਲ ਪੜ੍ਹਦੇ ਨੇ। ਅਤੇ ਦੱਸਣ ਵਾਲੀ ਗੱਲ ਇਹ ਹੈ ਕਿ ਇਹ ਰਿਟਾਇਰਡ SDO ਨੇ ਪਬਲਿਕ ਹੈਲਥ ਡਿਪਾਰਟਮੈਂਟ ਵਿੱਚੋਂ। ਫਿਰ ਵੀ ਆਪਣੇ ਰੁਝੇਵਿਆਂ ਦੇ ਨਾਲ ਨਾਲ ਇਹਨਾਂ ਨੇ ਆਪਣਾ ਸਾਹਿਤ ਦਾ ਸ਼ੌਕ ਇਸ ਤਰ੍ਹਾਂ ਪਾ ਲਿਆ ਕਿ ਅੱਜ ਇੱਕ ਵੱਖਰਾ ਹੀ ਉਹਨਾਂ ਨੂੰ ਮੁਕਾਮ ਹਾਸਲ ਹੈ। ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਬਹੁਤ ਬਹੁਤ ਧੰਨਵਾਦ ਜੀ ਸਰ। ਅੱਜ ਦਾ ਸਾਡਾ ਵਿਸ਼ਾ ਸੇਵਾ ਮੁਕਤੀ ਦੇ ਨਾਲ ਜੁੜਿਆ ਹੋਇਆ ਹੈ। ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਬਹੁਤ ਅਨਮੋਲ ਹੈ। ਜ਼ਿੰਦਗੀ ਨੂੰ ਜੀਣਾ ਚਾਹੀਦਾ ਹੈ ਜਿੰਦਾ ਦਿਲੀ ਦੇ ਨਾਲ। ਜ਼ਿੰਦਗੀ ਰਿਸ਼ਤਿਆਂ ਦਾ ਨਾਂ ਹੈ। ਜ਼ਿੰਦਗੀ 3 ਪੜਾਵਾਂ ਦਾ ਨਾਂ ਹੈ, ਜਿਸ ਵਿੱਚ ਬਚਪਨ ਵੀ ਹੈ, ਜਿਸ ਵਿੱਚ ਜਵਾਨੀ ਵੀ ਹੈ, ਜਿਸ ਵਿੱਚ ਬੁਢਾਪਾ ਵੀ ਹੈ। ਅਤੇ ਜ਼ਿੰਦਗੀ ਜਦੋਂ ਅੱਗੇ ਵੱਧਦੀ ਹੈ ਤਾਂ ਰਿਸ਼ਤਿਆਂ ਨੂੰ ਵੀ ਮਾਣਦੀ ਹੈ, ਇਹ ਕੁਦਰਤ ਨੂੰ ਵੀ ਮਾਣਦੀ ਹੈ, ਅਤੇ ਨਾਲ ਦੇ ਨਾਲ ਬੜੀਆਂ ਸਾਂਝ ਦੀਆਂ ਤੰਦਾਂ ਪਾਉਂਦੀ ਹੈ, ਬੜੇ ਮਜ਼ਬੂਤ ਰਿਸ਼ਤਿਆਂ ਦੇ ਵਿੱਚ ਬੱਝਦੀ ਹੈ, ਚਾਹੇ ਉਹ ਪਰਿਵਾਰਕ ਹੋਣ ਅਤੇ ਚਾਹੇ ਇਨਸਾਨੀਅਤ ਦੇ ਰਿਸ਼ਤੇ ਹੋਣ, ਚਾਹੇ ਰੋਜ਼ਮਰਾ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਰਿਸ਼ਤੇ ਮਿਲਦੇ ਨੇ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਕਿਉਂਕਿ ਤੁਸੀਂ ਸਾਹਿਤਕਾਰ ਹੋ, ਤੁਸੀਂ ਬਤੌਰ SDO ਵੀ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਕੰਮ ਕੀਤਾ ਹੈ, ਬਹੁਤ ਵਿਚਰੇ ਹੋ ਤੁਸੀਂ ਸਮਾਜ ਦੇ ਵਿੱਚ। ਤੁਸੀਂ ਜ਼ਿੰਦਗੀ ਨਾਮਕ ਇਸ ਸ਼ਬਦ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ, ਕਿਸ ਤਰ੍ਹਾਂ ਪਰਿਭਾਸ਼ਿਤ ਕਰਦੇ ਹੋ? ਜ਼ਿੰਦਗੀ ਦੇ ਸੰਦਰਭ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇਖ ਰਹੇ ਆਪਣੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਅਤੇ ਉਸ ਤੋਂ ਬਾਅਦ ਇਸ ਦੂਰਦਰਸ਼ਨ ਕੇਂਦਰ ਦਾ ਵੀ ਤਹਿ ਦਿਲੋਂ ਧੰਨਵਾਦ ਹਾਂ, ਜਿਨ੍ਹਾਂ ਨੇ ਮੈਨੂੰ ਆਪਣੇ ਸਟੂਡੀਓ ਵਿੱਚ ਬੁਲਾ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ। ਸ਼ੁਕਰੀਆ। ਜ਼ਿੰਦਗੀ ਇੱਕ ਅਨਮੋਲ ਚੀਜ਼ ਹੈ ਜੋ ਪਰਮਾਤਮਾ ਨੇ ਸਾਨੂੰ ਇੱਕੋ ਵਾਰ ਬਖਸ਼ੀ ਹੈ। ਇਸ ਜ਼ਿੰਦਗੀ ਨੂੰ ਜਿਉਣ ਦਾ ਢੰਗ ਆਪਾਂ ਖੁਦ ਵੀ ਤੈਅ ਕਰਦੇ ਹਾਂ। ਇਸ ਦੇ ਬਹੁਤ ਸਾਰੇ ਫੈਕਟਰ ਹਨ, ਜਿਵੇਂ ਕਿ ਕਿਸੇ ਜੀਅ ਦਾ ਪਰਿਵਾਰ ਵਿੱਚ ਪਲਣਾ, ਉਸ ਨੂੰ ਮਾਹੌਲ ਦਾ ਮਿਲਣਾ। ਸਮਾਂ ਉਹੀ ਹੁੰਦਾ ਹੈ, ਕੋਈ ਉਸੇ ਸਮੇਂ ਨੂੰ ਸੌਂ ਕੇ ਲੰਘਾਉਂਦਾ ਹੈ, ਸ਼ਰਾਰਤਾਂ ਕਰਕੇ ਲੰਘਾਉਂਦਾ ਹੈ, ਕੋਈ ਉਸੇ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਪੜ੍ਹ ਕੇ ਉੱਚ ਕੋਟੀ ਦੀਆਂ ਪਦਵੀਆਂ ਹਾਸਲ ਕਰ ਲੈਂਦਾ ਹੈ। ਪਰ ਸਾਨੂੰ ਜ਼ਿੰਦਗੀ ਨੂੰ ਜਿਉਣ ਦਾ ਇੱਕ ਐਸਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ ਕਿ ਸਾਡੇ ਜਾਣ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਰੱਖਣ ਅਤੇ ਸਾਡੀ ਹਾਜ਼ਰੀ ਲੱਗਦੀ ਰਹੇ। ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ, ਇਸ ਨੂੰ ਸਾਰਥਕ ਤੌਰ 'ਤੇ ਹੀ ਜਿਉਣਾ ਚਾਹੀਦਾ ਹੈ। ਮੈਂ ਤਾਂ ਇਹੀ ਮੰਨਦਾ। ਕਿਆ ਬਾਤ ਹੈ ਜੀ। ਜ਼ਿੰਦਗੀ ਵਾਕਈ ਹੀ ਅਨਮੋਲ ਹੈ। ਜ਼ਿੰਦਗੀ ਨੂੰ ਸਾਰਥਕ ਢੰਗ ਦੇ ਨਾਲ ਜੀਣਾ ਚਾਹੀਦਾ ਹੈ। ਪੋਜ਼ੀਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਚਾਹੀਦੀ ਹੈ। ਸੇਵਾ ਮੁਕਤੀ ਜੋ ਅੱਜ ਅਸੀਂ ਵਿਸ਼ਾ ਰੱਖਿਆ ਹੈ, ਉਸ ਦੇ ਬਾਬਤ ਅਸੀਂ ਗੱਲਬਾਤ ਵੀ ਕਰਨੀ ਹੈ। ਤੁਹਾਡੇ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਅਸੀਂ ਝਾਤ ਮਾਰਨੀ ਹੈ, ਕਿਉਂਕਿ ਤੁਸੀਂ ਸਾਹਿਤ ਦੇ ਨਾਲ ਜੁੜੇ ਹੋਏ ਇੱਕ ਐਸੇ ਇਨਸਾਨ ਹੋ ਜਿਨ੍ਹਾਂ ਨੇ ਕਾਫੀ ਰਚਨਾਵਾਂ ਸਾਡੇ ਪਾਠਕਾਂ ਨੂੰ ਦਿੱਤੀਆਂ ਨੇ। ਇਹ ਜ਼ਿੰਦਗੀ ਜਿਹੜੀ ਆਪਣੀ ਜੌਬ ਦੇ ਦੌਰਾਨ ਜਾਂ ਜਿਹੜੀ ਆਫਟਰ ਰਿਟਾਇਰਮੈਂਟ ਦੀ ਗੱਲ ਕਰ ਲਈਏ, ਸੇਵਾ ਮੁਕਤੀ ਦੇ ਬਾਅਦ ਜਿਹੜੀ ਜ਼ਿੰਦਗੀ ਹੁੰਦੀ ਹੈ, ਇਹਨਾਂ ਜ਼ਿੰਦਗੀਆਂ ਦੇ ਵਿੱਚ ਇਸ ਜ਼ਿੰਦਗੀ ਜੀਣ ਦੇ ਢੰਗ ਵਿੱਚ ਤੁਸੀਂ ਕੀ ਫ਼ਰਕ ਵੇਖਦੇ ਹੋ ਕਿ ਨੌਕਰੀ ਦੌਰਾਨ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਾਂ ਸੇਵਾ ਮੁਕਤੀ ਤੋਂ ਬਾਅਦ ਇਸ ਵਿੱਚ ਕੀ ਬਦਲਾਅ ਆਉਂਦਾ? ਦੇਖੋ ਜੀ, ਨੌਕਰੀ ਦੇ ਦੌਰਾਨ ਸਾਨੂੰ ਜਿਸ ਜੌਬ 'ਤੇ ਵੀ ਲੱਗੇ ਹੁੰਦੇ ਹਾਂ ਉਸ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ ਹੈ।
ਨੌਕਰੀ ਨੂੰ ਰੌਚਕ ਬਣਾ ਕੇ ਉਸ ਨੂੰ ਆਪਣੀ ਡਿਊਟੀਆਂ ਨੂੰ ਸਹੀ ਢੰਗ ਨਾਲ ਨਿਭਾਉਣਾ ਚਾਹੀਦਾ ਹੈ। ਜੋ ਆਦਮੀ ਆਪਣੇ ਵਿੱਚ ਕੁਝ ਟੈਲੈਂਟ ਰੱਖਦੇ ਹਨ ਉਸ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ। ਜਿਸ ਨੇ ਕੁਝ ਨੌਕਰੀ ਦੇ ਦੌਰਾਨ ਕਰਨਾ ਹੈ ਉਹ ਸਮਾਂ ਕੱਢ ਹੀ ਲੈਂਦਾ ਹੈ। ਬੇਸ਼ੱਕ ਉਹ ਕਿਸੇ ਸੇਵਾ ਮੁਕਤੀ ਦੇ ਟਾਈਮ 'ਤੇ ਕੱਢਣਾ ਹੋਵੇ, ਕਿਸੇ ਦੀ ਪ੍ਰਮੋਸ਼ਨ ਹੋਵੇ ਉਸ ਦੇ ਸਮੇਂ ਬੋਲਣਾ ਹੋਵੇ। ਨੌਕਰੀ ਦੇ ਦੌਰਾਨ ਆਪਾਂ ਆਪਣੇ ਟੈਲੈਂਟ ਨੂੰ ਵਧਾ ਫੁਲਾ ਸਕਦੇ ਹਾਂ। ਇਹ ਆਪਣੇ ਹੱਥ ਵਿੱਚ ਹੁੰਦਾ ਹੈ। ਲੇਕਿਨ ਨੌਕਰੀ ਨੂੰ ਪਹਿਲੇ ਨੰਬਰ 'ਤੇ ਰੱਖਦੇ ਹੋਇਆਂ ਉਸ ਨੂੰ ਜੋ ਅਸੀਂ ਤਨਖਾਹ ਲੈਂਦੇ ਹਾਂ ਉਸ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਹੈ ਜੀ। ਤੇ ਜਿਹੜੀ ਆਫਟਰ ਰਿਟਾਇਰਮੈਂਟ ਵਾਲੀ ਜ਼ਿੰਦਗੀ ਆ ਜਾਂਦੀ ਹੈ, ਸੇਵਾ ਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਆ ਜਾਂਦੀ ਹੈ, ਉਸ ਵਿੱਚ ਬਹੁਤ ਸਾਰਾ ਬਦਲਾਅ ਆਉਂਦਾ ਹੈ। ਉਸ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸੇਵਾ ਮੁਕਤੀ ਦੇ ਮੈਂ ਸਮਝਦਾ ਹਾਂ 8-10 ਸਾਲ ਘੱਟੋ ਘੱਟ ਅਜਿਹੇ ਹੁੰਦੇ ਹਨ ਜੀ ਜਿਸ ਵਿੱਚ ਤੁਸੀਂ ਆਪਣੇ ਸਾਰੇ ਸ਼ੌਕ ਪੂਰੇ ਕਰ ਸਕਦੇ ਹੋ ਜੋ ਤੁਸੀਂ ਨੌਕਰੀ ਦੇ ਦੌਰਾਨ ਨਹੀਂ ਕਰ ਸਕਦੇ। ਜੀ ਸੇਵਾ ਮੁਕਤੀ ਤੋਂ ਬਾਅਦ ਤੁਹਾਡੇ 'ਤੇ ਕੋਈ ਸਰਕਾਰੀ ਬੋਝ ਨਹੀਂ ਹੁੰਦਾ। ਤੁਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਕਿਸੇ ਵੀ ਤਰ੍ਹਾਂ ਪੂਰਾ ਕਰ ਸਕਦਾ ਹੈ। ਕੋਈ ਕਿਰਸਾਨੀ ਨਾਲ ਸ਼ੌਂਕ ਪੂਰਾ ਕਰ ਸਕਦਾ ਹੈ। ਜੀ ਜੇ ਕੋਈ ਰਾਈਟਰ ਹੈ ਉਹ ਆਪਣੀਆਂ ਲਿਖਤਾਂ ਰਾਹੀਂ ਕਰ ਸਕਦਾ ਹੈ। ਜੇ ਕੋਈ ਗਾਇਕ ਹੈ ਉਹ ਗਾ ਸਕਦਾ ਹੈ। ਜੇ ਕਿਸੇ ਦਾ ਵੀ ਕੋਈ ਜਿਸ ਵਿੱਚ ਉਹ ਸ਼ੌਕ ਰੱਖਦਾ ਹੈ ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਕਰਨ ਦਾ ਪੂਰਾ ਸਮਾਂ ਮਿਲਦਾ ਹੈ। ਤੇ ਮੇਰਾ ਖਿਆਲ ਹੈ ਵੀ ਉਹ ਸਭ ਨੂੰ ਉਹ ਇੰਜੋਏ ਕਰਨਾ ਚਾਹੀਦਾ ਹੈ। ਜੀ ਸ਼ੌਕ ਪਰਮਾਤਮਾ ਸਾਡੇ ਵਿੱਚ ਭਰ ਦਿੰਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਵਿੱਚ ਕੋਈ ਨਾ ਕੋਈ ਤਾਂ ਗੁਣ ਆ ਹੀ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਸ ਬੱਚੇ ਨੇ ਬਚਪਨ ਤੋਂ ਬਾਅਦ ਜਵਾਨੀ ਦੇ ਵਿੱਚ ਜਾਣਾ ਹੈ, ਫਿਰ ਬੁਢਾਪੇ ਦੇ ਵਿੱਚ ਪਹੁੰਚਣਾ ਹੈ, ਤਾਂ ਉਸ ਸ਼ੌਕ ਨੂੰ ਅਸੀਂ ਕਿਸ ਤਰ੍ਹਾਂ ਵਧਾ ਸਕਦੇ ਹਾਂ? ਉਸ ਸ਼ੌਕ ਨੂੰ ਅਸੀਂ ਕਿਸ ਤਰ੍ਹਾਂ ਨਿਖਾਰ ਸਕਦੇ ਹਾਂ? ਜਿਵੇਂ ਕਿ ਮੈਂ ਆਪਣੀ ਨਿੱਜੀ ਗੱਲ ਕਰਾਂ ਜੀ, ਮੈਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ, ਸਕੂਲ ਟਾਈਮ ਤੋਂ ਹੀ ਸੀ। 1965 ਦੀ ਜੰਗ ਦੇ ਦੌਰਾਨ, ਵੀਅਤਨਾਮ ਦੀ ਜੰਗ ਦੇ ਦੌਰਾਨ, 71 ਦੀ ਜੰਗ ਦੇ ਦੌਰਾਨ ਮੈਂ ਛੋਟੀਆਂ ਕਵਿਤਾਵਾਂ ਲਿਖਦਾ ਰਿਹਾ। ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਉਹ ਸ਼ੌਕ ਇੰਨਾ ਵੱਧ ਫੁੱਲ ਨਹੀਂ ਸਕਿਆ ਕਿਉਂਕਿ ਡਿਊਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪਈਆਂ ਜੀ, ਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ। ਲੇਕਿਨ ਰਿਟਾਇਰਮੈਂਟ ਤੋਂ ਬਾਅਦ ਮੈਂ ਉਹ ਛੁਪਿਆ ਹੋਇਆ ਆਪਣਾ ਟੈਲੈਂਟ ਦੁਬਾਰਾ ਜਾਗਰਤ ਕੀਤਾ। ਜੀ ਮੈਨੂੰ ਲਿਖਣ ਦਾ ਸ਼ੌਕ ਸੀ। ਖਾਸ ਕਰਕੇ ਇੱਕ ਘਟਨਾ ਐਸੀ ਹੈ ਜਿੱਥੋਂ ਮੇਰਾ ਇਹ ਜੀਵਨ ਸ਼ੁਰੂ ਹੋਇਆ ਲਿਖਣ ਦਾ ਜੀ ਜੀ ਤੇ ਫਿਲਮਾਂ ਬਣਾਉਣ ਦਾ। ਜੀ ਜੀ ਕਿ ਮੈਂ ਇੱਕ ਲੰਬੀ ਕਵਿਤਾ ਲਿਖੀ ਜੀ, ਜਿਸ ਦਾ ਨਾਮ ਸਕੀਨਾ ਨਾਮ ਦੀ ਇੱਕ ਵੱਡੀ ਕਵਿਤਾ ਲਿਖੀ ਜੀ। ਉਸ ਕਵਿਤਾ ਨੂੰ ਮੈਂ ਕਿਉਂਕਿ ਕਈ ਸਹਿਤ ਸਭਾਵਾਂ ਨਾਲ ਜੁੜਿਆ ਹੋਇਆ ਹਾਂ, ਉਹਦੇ ਵਿੱਚ ਪੜ੍ਹ ਕੇ ਸੁਣਾਇਆ। ਮੈਨੂੰ ਬੜਾ ਚੰਗਾ ਹੁਲਾਰਾ ਮਿਲਿਆ ਅਤੇ ਮੈਨੂੰ ਮੇਰੇ ਸਾਹਿਤਕਾਰ ਦੋਸਤਾਂ ਨੇ ਰਾਏ ਵੀ ਦਿੱਤੀ ਵੀ ਇਸ 'ਤੇ ਕੋਈ ਸ਼ਾਰਟ ਫਿਲਮ, ਲਘੂ ਫਿਲਮ ਬਣਾਈ ਜਾਵੇ। ਜੀ ਉਹ ਸਕੀਨਾ ਨਾਮ ਦੀ ਫਿਲਮ ਇੱਕ ਛੋਟੀ ਅਨਾਥ ਕੁੜੀ ਦੇ ਆਧਾਰਿਤ ਹੈ ਜੋ ਕਚਰਾ, ਕੂੜਾ, ਵੇਸਟੇਜ ਜੋ ਆਪਾਂ ਸੁੱਟ ਦਿੰਦੇ ਹਾਂ ਉਹ ਚੁੱਕਦੀ ਹੈ ਜੀ ਤੇ ਗੁਜ਼ਾਰਾ ਕਰਦੀ ਹੈ। ਉਸ ਫਿਲਮ ਨੂੰ ਫਿਲਮਾਉਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਮੋੜ ਆਇਆ। ਜੀ ਤੁਸੀਂ ਕਈ ਦਹਾਕੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚ ਸੇਵਾਵਾਂ ਨਿਭਾਈਆਂ ਹੈ ਨਾ ਜੀ। ਬਤੌਰ SDO ਰਿਟਾਇਰ ਵੀ ਹੋਏ, ਕਈ ਤਰ੍ਹਾਂ ਦੇ ਲੋਕਾਂ ਦੇ ਵਿੱਚ ਵਿਚਰੇ। ਉਸ ਤੋਂ ਬਾਅਦ ਇੱਕ ਦੌਰ ਆਇਆ ਜਿੱਥੇ ਸੇਵਾ ਮੁਕਤੀ ਤੁਹਾਡੀ ਹੋਈ। ਸੇਵਾ ਮੁਕਤੀ ਤੋਂ ਬਾਅਦ ਇੱਕ ਕਹਿੰਦੇ ਨੇ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਚਾਹੇ ਕੁਦਰਤ ਦੇ ਨਾਲ ਅਸੀਂ ਜ਼ਿੰਦਗੀ ਮਾਣੀਏ, ਚਾਹੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸਮਾਂ ਬਤੀਤ ਕਰਾਈਏ ਜਾਂ ਆਪਣੇ ਸ਼ੌਕਾਂ ਨੂੰ ਪਾਲੀਏ। ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਦੇਖਿਆ? ਮੈਨੂੰ ਰਿਟਾਇਰਮੈਂਟ ਤੋਂ ਬਾਅਦ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਸੁਖਾਵਾਂ ਮਾਹੌਲ ਬਣਿਆ ਜੀ। ਜੋ ਘਰੇਲੂ ਕੰਮ ਮੈਂ ਕਦੇ ਲੇਟ ਕਰਿਆ ਕਰਦਾ ਸਾਂ ਜੀ, ਉਹ ਬੜੇ ਟਾਈਮ ਸਿਰ ਹੋਣ ਲੱਗੇ। ਬਾਹਰ ਬੈਠੇ ਬੱਚੇ ਜੋ ਵਿਦੇਸ਼ਾਂ ਵਿੱਚ ਬੈਠੇ ਹਨ ਉਹਨਾਂ ਨਾਲ ਖੁੱਲ੍ਹ ਕੇ ਗੱਲਾਂ ਕਰਦਾ ਰਿਹਾ ਤੇ 2-3 ਵਾਰ ਮੈਨੂੰ ਮੇਰੀ ਛੋਟੀ ਬੇਟੀ ਆਸਟ੍ਰੇਲੀਆ ਵਿਖੇ ਹੈ, ਉਹਨਾਂ ਕੋਲੇ ਜਾਣ ਦਾ ਮੌਕਾ ਮਿਲਿਆ। ਜੀ ਬੇਟਾ ਜੋ ਮੇਰਾ ਡਾਕਟਰ ਹੈ ਅਮਰੀਕਾ ਹੈ, ਉਹਨਾਂ ਕੋਲੇ ਜਾਣ ਦਾ ਮੌਕਾ ਮਿਲਿਆ ਜੋ ਕਿ ਨੌਕਰੀ ਦੇ ਦੌਰਾਨ ਨਹੀਂ ਸੀ ਮਿਲ ਸਕਦਾ। ਤੇ ਇਸ ਤਰ੍ਹਾਂ ਕਰਕੇ ਜੋ ਮੁਕਤੀ, ਸੇਵਾ ਮੁਕਤੀ ਤੋਂ ਬਾਅਦ ਦਾ ਜੀਵਨ ਹੁੰਦਾ ਹੈ, ਮੇਰਾ ਖਿਆਲ ਉਹ ਬਹੁਤ ਸੁਖਮਈ ਹੁੰਦਾ ਹੈ। ਉਸ ਨੂੰ ਆਪਣਾ ਢੰਗ ਬੰਦੇ ਨੇ ਆਪ ਪਲਾਨ ਕਰਨਾ ਹੁੰਦਾ ਹੈ। ਜੀ ਜੀ ਅਸੀਂ ਸੇਵਾ ਮੁਕਤੀ ਦੀ ਜੋ ਗੱਲ ਕਰ ਰਹੇ ਹਾਂ, ਉਸ ਤੋਂ ਬਾਅਦ ਦੀ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ, ਉਸ ਉੱਤੇ ਮੈਂ ਗੱਲਬਾਤ ਜਾਰੀ ਰੱਖਾਂਗਾ ਕਿਉਂਕਿ ਕਈ ਤਰ੍ਹਾਂ ਦੇ ਮੇਰੇ ਮਨ ਦੇ ਵਿੱਚ ਵੀ ਸਵਾਲ ਨੇ, ਕਈ ਵਿਚਾਰ ਨੇ, ਅਸੀਂ ਸਾਂਝੇ ਕਰਨੇ ਨੇ। ਪਰ ਤੁਸੀਂ ਇੱਕ ਸਾਹਿਤਕਾਰ ਹੋ, ਇੱਕ ਕਹਾਣੀਕਾਰ ਹੋ, ਇੱਕ ਲਘੂ ਨਿਰਦੇਸ਼ਕ ਹੋ ਤੇ ਕਈ ਕਿਤਾਬਾਂ ਤੁਸੀਂ ਪਾਠਕਾਂ ਨੂੰ ਦੇ ਚੁੱਕੇ ਹੋ ਤੇ ਅਸੀਂ ਚਾਹੁੰਦੇ ਹਾਂ ਕਿਉਂ ਨਾ ਤੁਹਾਡੇ ਕੋਲੋਂ ਕੋਈ ਕਵਿਤਾ ਦਾ ਰੰਗ
ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਰਾਹੀਂ ਸੁਣਿਆ ਜਾਵੇ, ਤਾਂ ਜੋ ਸਟੂਡੀਓ ਦੇ ਰਾਹੀਂ ਤੁਹਾਡੀ ਸਾਹਿਤ ਵਾਲੀ ਝਲਕ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਹਾਂਜੀ ਜ਼ਰੂਰ ਜੀ। ਮੈਂ ਸੇਵਾ ਮੁਕਤੀ ਤੋਂ ਬਾਅਦ ਸਿੱਖ ਇਤਿਹਾਸ ਨਾਲ ਸੰਬੰਧਿਤ ਜੀ ਪੁਸਤਕ ਬਾਬਾਣੀਆਂ ਕਹਾਣੀਆਂ ਲਿਖੀ, ਜੀ ਜੀ, ਜਿਸ ਦਾ ਮਨੋਰਥ ਇਹ ਸੀ ਕਿ ਮੇਰਾ ਮੰਨਣਾ ਸੀ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜੀ ਸਿੱਖ ਇਤਿਹਾਸ, ਸਿੱਖ ਗੁਰੂਆਂ ਦੀ ਜੀਵਨੀ ਤੋਂ ਬਹੁਤੀ ਜਾਣੂ ਨਹੀਂ ਹੈ। ਇਹ ਇੱਕ ਛੋਟੀ ਸੰਖੇਪ ਪੁਸਤਕ ਹੈ ਜਿਸ ਨੂੰ ਥੋੜ੍ਹੇ ਸਮੇਂ ਵਿੱਚ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਜੀ। ਉਸ ਤੋਂ ਬਾਅਦ ਮੈਂ ਇੱਕ ਹੋਰ ਪੁਸਤਕ ਕਾਵਿ ਸੰਗ੍ਰਹਿ, ਜਿਸ ਵਿੱਚ ਗਜ਼ਲਾਂ, ਕਵਿਤਾਵਾਂ ਤੇ ਹਾਈਕੂ ਹਨ, ਜਿਸ ਦਾ ਨਾਮ ਕੱਚ ਦੀ ਝਾਂਜਰ ਹੈ, ਉਹ ਲਿਖੀ। ਮੈਂ ਉਸ ਪੁਸਤਕ ਵਿੱਚੋਂ ਭਾਵੇਂ ਮੈਨੂੰ ਤਾਂ ਉਹ ਸਾਰੀਆਂ ਕਵਿਤਾਵਾਂ ਕਹਾਣੀਆਂ ਅੱਛੀਆਂ ਲੱਗਦੀਆਂ ਹਨ, ਪਰ ਉਸ ਵਿੱਚੋਂ ਮੈਂ ਤੁਹਾਨੂੰ 2 ਕਵਿਤਾਵਾਂ ਜੋ ਮੇਰੇ ਮਨ ਨੂੰ ਚੰਗੀਆਂ ਲੱਗਦੀਆਂ ਹਨ ਉਹ ਤੁਹਾਨੂੰ ਸੁਣਾਉਣਾ ਹਾਂ। ਜੀ ਜੀ। ਕੁਦਰਤ ਨੂੰ ਪਿਆਰ ਕਰਦਾ ਹਾਂ, ਇਸ ਕਰਕੇ ਮੈਂ ਇੱਕ ਕਵਿਤਾ ਤੁਹਾਡੇ ਨਜ਼ਰ ਰੁੱਖਾਂ ਤੇ ਲਿਖੀ ਨੂੰ ਕਰ ਰਿਹਾ। ਕਿਆ ਬਾਤ। ਵਾਂਗ ਫਕੀਰਾਂ ਚੁੱਪ ਖੜੋਤਾ, ਵੱਡ ਮੁੱਲਾ ਅਧਿਕਾਰੀ ਹੈ, ਭਵਰਾਂ ਦੀ ਬਣਤਰ ਵਿੱਚ ਤਾਂ ਡਾਢੀ ਹੀ ਕਾਰਗੁਜ਼ਾਰੀ ਹੈ। ਵਾਹ। ਠੰਡੀ ਛਾਂ ਦੇ ਬਦਲੇ ਵੀ ਚੁੱਲ੍ਹੇ ਦੀ ਅਗਨੀ ਬਣ ਜਾਵੇ, ਬੰਦੇ ਦਾ ਉਹ ਸਾਥ ਨਿਭਾਏ, ਖਾਕ ਬਣੇ ਹਰ ਵਾਰੀ ਹੈ। ਜੀ। ਹਵਾ ਵਗਣ ਤੇ ਲੋਰੀਆਂ ਦਿੰਦਾ, ਹਵਾ ਵਗਣ ਤੇ ਲੋਰੀਆਂ ਦਿੰਦਾ, ਖੜਕੇ ਪਹਿਰੇਦਾਰ ਦਿਸੇ, ਦਾਨ ਕਰੇ ਆਕਸੀਜਨ ਦਾ, ਵਾਹ। ਦਾਨ ਬੜਾ ਗੁਣਕਾਰੀ ਹੈ। ਮਾਰੂ ਝੱਖੜ ਵਿੱਚ ਝਾਲਾਂ ਚੱਲਦਾ, ਮਾਰੂ ਝੱਖੜ ਵਿੱਚ ਝਾਲਾਂ ਚੱਲਦਾ, ਪੈਰ ਜਮਾਈ ਰੱਖਦਾ, ਵਾਹ। ਮਿੱਟੀ ਦੀ ਸੰਭਾਲ ਕਰੇ, ਖੁਦ ਖੁਰ ਜਾਣੋ ਇਨਕਾਰੀ ਹੈ। ਵਾਹ ਵਾਹ ਵਾਹ। ਪ੍ਰਦੂਸ਼ਣ ਵਿੱਚ ਮਹਿਕ ਖਿਲਾਰੇ, ਪ੍ਰਦੂਸ਼ਣ ਵਿੱਚ ਮਹਿਕ ਖਿਲਾਰੇ, ਪ੍ਰਦੂਸ਼ਣ ਵਿੱਚ ਮਹਿਕ ਖਿਲਾਰੇ, ਤਾਪਮਾਨ ਵੀ ਘੱਟ ਕਰੇ, ਵਾਹ। ਜਨਮੇ ਔਸ਼ਧੀਆਂ ਨੂੰ ਅੰਦਰ ਰੱਖੀ ਸਾਂਭ ਪਟਾਰੀ ਹੈ। ਵਾਹ ਜੀ। ਪੰਛੀ ਦੀ ਪਨਾਹਗਾਰ ਬਣੇ, ਪੰਛੀ ਦੀ ਪਨਾਹਗਾਰ ਬਣੇ, ਪੰਛੀ ਦੀ ਪਨਾਹਗਾਰ ਬਣੇ ਤੇ ਗੀਤ ਸੁਣੇ ਅਲਬੇਲੇ, ਧਰਤੀ ਉੱਤੇ ਰਹਿ ਕੇ ਸਿੱਧੂ ਇਸ ਦੀ ਉੱਚ ਅਡਾਰੀ ਹੈ। ਧਰਤੀ ਉੱਤੇ ਰਹਿ ਕੇ ਇਸ ਦੀ ਉੱਚ ਉਡਾਰੀ ਹੈ। ਵਾਹ, ਕਿਆ ਬਾਤ ਹੈ ਸਿੱਧੂ ਸਾਹਿਬ। ਕਿ ਮਹਿਕਾਂ ਜੇਕਰ ਚਾਹੁੰਦੇ ਹੋ ਤਾਂ ਬੱਚਿਆਂ ਨੂੰ ਸੰਸਕਾਰ ਦਿਓ, ਹੱਥਾਂ ਦੇ ਵਿੱਚ ਕਲਮ ਦਿਓ, ਨਾ ਵੱਡੀ ਲੰਮੀ ਕਾਰ ਦਿਓ, ਬੁਲਟ ਪਟਾਕੇ ਦੱਸੋ, ਨਾ ਹੀ ਸਾਈਕਲ ਜਿਹਾ ਸੰਸਾਰ ਦਿਓ, ਰੁੱਖ ਲਗਾਓ ਰੀਤ ਤਾਂ ਤੋਰੋ, ਹੱਲਾ ਸ਼ੇਰੀ ਯਾਰ ਦਿਓ। ਗੱਲ ਤੇ ਹੱਲਾ ਸ਼ੇਰੀ ਦੀ ਹੈ। ਮਾਪਿਆਂ ਨੇ ਕਿਸ ਬੰਨੇ ਤੋਰਨਾ ਹੈ। ਰੁੱਖ ਬਹੁਤ ਵੱਡਾ ਕੁਦਰਤ ਦਾ ਐਸਾ ਉਪਹਾਰ ਹੈ ਜਿਸ ਦੇ ਰਾਹੀਂ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ, ਜਿਸ ਦੇ ਰਾਹੀਂ ਪ੍ਰਦੂਸ਼ਣ ਦੂਰ ਹੁੰਦਾ ਹੈ, ਜਿਸ ਦੇ ਨਾਲ ਵਾਤਾਵਰਨ ਦੇ ਵਿੱਚ ਇੱਕ ਇਹ ਬਹੁਤ ਵਧੀਆ ਬੈਲੈਂਸ ਬਣ ਕੇ ਰਹਿੰਦਾ ਹੈ। ਅਸੀਂ ਗੱਲਬਾਤ ਕਰਾਂਗੇ, ਤੁਹਾਡੇ ਸ਼ੌਕ ਦੀ ਵੀ ਗੱਲਬਾਤ ਕਰਾਂਗੇ, ਅਸੀਂ ਤੁਹਾਡੀਆਂ ਹੋਰ ਰਚਨਾਵਾਂ ਵੀ ਸੁਣੀਆਂ ਨੇ। ਤੇ ਸੇਵਾ ਮੁਕਤੀ ਦੀ ਜ਼ਿੰਦਗੀ ਦੀ ਗੱਲ ਕਰਦਾ ਹਾਂ। ਸੇਵਾ ਮੁਕਤੀ ਵਿੱਚ ਕੀ ਹੁੰਦਾ ਹੈ ਕਿ ਕਈ ਵਾਰੀ ਰਿਟਾਇਰਡ ਬੰਦਾ ਨਾ ਕਈ ਤਰ੍ਹਾਂ ਦੇ ਇਹ ਨੈਗੇਟਿਵ ਥਾਟਸ ਸਾਡੇ ਮਨ ਵਿੱਚ ਆ ਜਾਂਦੇ ਹੈ, ਕਈ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਹੁੰਦੇ ਨੇ, ਜੋ ਸਾਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਮੈਂ ਰਿਟਾਇਰ ਹੋ ਗਿਆ ਹਾਂ, ਹੁਣ ਮੈਂ ਵਿਹਲਾ ਹੋ ਗਿਆ ਹਾਂ, ਮੈਂ ਕੋਈ ਕੰਮ ਨਹੀਂ ਕਰ ਸਕਦਾ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ? ਨੌਕਰੀ ਕਰਦੇ ਸਮੇਂ ਜੇ ਅਸੀਂ ਆਪਣੀ ਨੌਕਰੀ ਨੂੰ ਸੰਤੁਸ਼ਟੀ ਨਾਲ ਕਰਦੇ ਹਾਂ ਜੀ, ਸੈਟਿਸਫੈਕਟਰੀ ਨੌਕਰੀ ਕਰਦੇ ਹਾਂ, ਤਾਂ ਸਾਨੂੰ ਨੌਕਰੀ ਦੌਰਾਨ ਵੀ ਕੋਈ ਨੈਗੇਟਿਵਿਟੀ ਨਹੀਂ ਆਉਂਦੀ, ਬਲਕਿ ਤੁਹਾਡੇ ਸਬਆਰਡੀਨੇਟ, ਤੁਹਾਡੇ ਸੀਨੀਅਰਸ ਤੁਹਾਨੂੰ ਹੌਸਲਾ ਦਿੰਦੇ ਹਨ। ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੀ ਡਿਊਟੀ ਨਿਭਾ ਰਿਹਾ, ਜੋ ਮੈਂ ਸੈਲਰੀ ਲੈ ਰਿਹਾ ਉਹ ਮੈਂ ਠੀਕ ਲੈ ਰਿਹਾ। ਅਤੇ ਸੇਵਾ ਮੁਕਤੀ ਤੋਂ ਬਾਅਦ ਤਾਂ ਨੈਗੇਟਿਵਿਟੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਹਾਡੇ ਕੋਲ ਸਮਾਂ ਹੁੰਦਾ ਹੈ ਜੀ, ਤੁਸੀਂ ਸੋਸ਼ਲ ਜੌਬ ਕਰ ਸਕਦੇ ਹੋ, ਗਲੀ ਮੁਹੱਲੇ ਦੀ ਕੋਈ ਪ੍ਰੋਬਲਮ ਹੈ ਉਸ ਨੂੰ ਸੋਲਵ ਕਰ ਸਕਦੇ ਹੋ, ਸਿਹਤ ਸਭਾਵਾਂ ਵਿੱਚ ਜਾ ਸਕਦੇ ਹੋ, ਚੰਗੀਆਂ ਤੁਸੀਂ ਮੀਟਿੰਗਾਂ ਅਟੈਂਡ ਕਰ ਸਕਦੇ ਹੋ, ਅਖਬਾਰ ਪੜ੍ਹ ਸਕਦੇ ਹੋ, ਵਧੀਆ ਸਾਹਿਤ ਪੜ੍ਹ ਸਕਦੇ ਹੋ, ਲਿਖ ਸਕਦੇ ਹੋ। ਇਸ ਕਰਕੇ ਨੈਗੇਟਿਵਿਟੀ ਕਦੇ ਵੀ ਮਨ ਵਿੱਚ ਨਹੀਂ ਲਿਆਉਣੀ ਚਾਹੀਦੀ। ਨੈਗੇਟਿਵਿਟੀ ਹਮੇਸ਼ਾ ਮਾਰੂ ਹੁੰਦੀ ਹੈ, ਉਹ ਆਦਮੀ ਨੂੰ ਡਿਪਰੈਸ਼ਨ ਤੱਕ ਲੈ ਜਾਂਦੀ ਹੈ। ਇਸ ਕਰਕੇ ਪੋਜ਼ਿਟਿਵ ਹੀ ਬੰਦੇ ਨੂੰ ਰਹਿਣਾ ਚਾਹੀਦਾ ਹੈ। ਜੀ। ਤੇ ਸੇਵਾ ਮੁਕਤ ਜ਼ਿੰਦਗੀ ਨੂੰ ਅਸੀਂ ਲੁਤਫਮਈ ਕਿਵੇਂ ਬਣਾ ਸਕਦੇ ਹਾਂ? ਇਸ ਜੋ ਸਾਡੀ ਜ਼ਿੰਦਗੀ ਅਨਮੋਲ ਹੈ, ਇਸ ਨੂੰ ਅਸੀਂ ਅਨਮੋਲ ਕਿਵੇਂ ਰੱਖ ਸਕਦੇ ਹਾਂ? ਜਿੱਥੇ ਤੱਕ ਮੇਰਾ ਆਪਣਾ ਸੰਬੰਧ ਹੈ, ਮੈਂ ਸੇਵਾ ਮੁਕਤੀ ਤੋਂ ਬਾਅਦ ਆਪਣੇ ਆਪ ਦੇ ਵਿੱਚ ਰੌਚਕਤਾ, ਸਾਹਿਤ ਨੂੰ ਲਿਖਣ, ਬੋਲਣ ਅਤੇ ਫਿਲਮਾਂ ਦੇ ਰੂਪ ਵਿੱਚ ਲੈ ਕੇ ਆਇਆ ਹਾਂ। ਜੀ। ਸੇਵਾ ਮੁਕਤੀ ਤੋਂ ਬਾਅਦ ਤੁਹਾਡੇ ਕੋਲ ਸਮਾਂ ਹੁੰਦਾ, ਤੁਸੀਂ ਰਿਸ਼ਤੇਦਾਰੀਆਂ 'ਚ ਵੀ ਜਾ ਸਕਦੇ ਹੋ। ਜੀ। ਮੈਂ ਜੋ ਸਕੀਨਾ ਫਿਲਮ ਬਣਾਈ ਉਸ ਤੋਂ ਇਲਾਵਾ
ਪੰਜਾਬ ਦੀ ਜੋ ਕਿਸਾਨੀ ਹੈ, ਕਿਸਾਨ ਦੀ ਜੀ। ਦਾਸਤਾਨ, ਸਮਾਲ ਫਾਰਮਰ, ਮਾਰਜਨਲ ਫਾਰਮਰ ਦੇ ਉੱਤੇ ਜੋ ਕਿ ਅੱਜ ਖੁਦਕੁਸ਼ੀ ਕਰ ਰਹੇ ਹਨ, ਕਰਜ਼ੇ ਦੀ ਮਾਰ ਹੇਠ ਆਏ ਹਨ, ਉਸ ਨੂੰ ਦਰਸਾਉਂਦੀ ਹੋਈ ਇੱਕ ਫਿਲਮ ਜੀਵਨ ਦੀ ਸ਼ਤਰੰਜ ਬਣਾਈ ਜੀ। ਜੀਵਨ ਦੀ ਸ਼ਤਰੰਜ ਇੱਕ ਕਿਸਾਨ ਦੀ ਹਾਲਤ ਨੂੰ ਦਰਸਾਉਂਦੀ ਹੈ, ਜਿਹਦੇ ਵਿੱਚ ਥੋੜ੍ਹਾ ਬਹੁਤਾ ਉਹ ਖੁਦ ਵੀ ਜ਼ਿੰਮੇਵਾਰ ਹੈ, ਆਪਣੀ ਚਾਦਰ ਤੋਂ ਬਾਹਰ ਦਾ ਖਰਚਾ ਕਰ ਬੈਠਦਾ ਹੈ। ਕੁਝ ਕੁਦਰਤੀ ਆਫਤਾਂ ਕਰਕੇ ਉਸ ਦੀ ਫਸਲ ਦਾ ਨੁਕਸਾਨ ਹੋ ਜਾਂਦਾ ਹੈ। ਜੀ। ਕੁਝ ਸਰਕਾਰਾਂ ਨੂੰ ਵੀ ਮੈਂ ਕਹਿੰਦਾ ਹਾਂ ਕਿ ਉਚਿਤ ਭਾਅ ਜੇ ਦਿੱਤਾ ਜਾਵੇ ਤਾਂ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਿਆ ਜਾ ਸਕੇ। ਰਲਵਾਂ ਮਿਲਵਾਂ ਹੁੰਗਾਰਾ ਹੈ ਇਸ ਦਾਸਤਾਨ ਦੇ ਵਿੱਚ। ਜੀ। ਇਸੇ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਜਦ ਗਿਆ ਤਾਂ ਜੀਵਨ ਦੀ ਸ਼ਤਰੰਜ ਕਵਿਤਾ ਮੈਂ ਉੱਥੇ ਜਾ ਕੇ ਲਿਖੀ ਸੀ। ਉਹ ਕਿਸੇ ਮੈਗਜ਼ੀਨ ਵਿੱਚ ਮੈਂ ਦੇਤੀ ਜੀ। ਤੇ ਉੱਥੋਂ ਦੇ ਇੱਕ ਪੰਜਾਬੀ ਰੇਡੀਓਜ਼ ਨੇ ਵੀ ਮੇਰੀ ਇਸ ਸੰਬੰਧ ਵਿੱਚ ਇੰਟਰਵਿਊ ਕੀਤੀ ਸੀ। ਜੀ ਜੀ ਜੀ। ਸੇਵਾ ਮੁਕਤੀ ਤੋਂ ਬਾਅਦ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤੋਂ ਇਲਾਵਾ ਜੀ। ਕਰਤਾਰਪੁਰ ਦੇ ਲਾਂਘੇ ਸਮੇਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਸਮੇਂ ਜੀ ਜੀ ਜੀ। ਮੈਂ ਇੱਕ ਫਿਲਮ ਬਣਾਈ ਜਿਸ ਦਾ ਮੈਂ ਰਾਈਟਰ ਵੀ ਹਾਂ, ਪ੍ਰੋਡਿਊਸਰ ਵੀ ਹਾਂ ਜੀ। ਉਸ ਦਾ ਨਾਮ ਹੈ ਸੱਚ ਕੀ ਬੇਲਾ। ਸੱਚ ਕੀ ਬੇਲਾ। ਸੱਚ ਕੀ ਬੇਲਾ, ਜੋ ਗੁਰੂ ਨਾਨਕ ਸਾਹਿਬ ਦੀ ਜੀਵਨੀ ਬਾਰੇ ਸਿਰਫ 15 ਮਿੰਟ ਵਿੱਚ ਹੀ ਸਭ ਕੁਝ ਦਰਸਾਉਂਦੀ ਹੈ। ਜੀ ਜੀ ਜੀ। ਇਸ ਤੋਂ ਇਲਾਵਾ ਇਸੇ ਜਨਵਰੀ ਦੇ ਮਹੀਨੇ ਵਿੱਚ ਮੇਰੀ ਇੱਕ ਨਵੀਂ ਫਿਲਮ ਪ੍ਰੋਡਿਊਸ ਹੋਈ ਹੈ ਜੀ ਜੀ। ਜੋ ਕਿ ਸੱਚੀ ਕਿਰਤ ਨੂੰ ਦਰਸਾਉਂਦੀ ਹੈ, ਸੱਚੀ ਕਿਰਤ ਦੀ ਕਮਾਈ ਦਾ ਮੁੱਲ ਪਵਾਉਂਦੀ ਹੈ। ਜੀ, ਉਸ ਜੀ। ਦਾ ਨਾਮ ਹੈ ਵੱਡਾ ਮਿਸਤਰੀ। ਜੀ, ਕਹਿਣ ਦਾ ਮਤਲਬ ਕਿ ਅਸੀਂ ਸੇਵਾ ਮੁਕਤ ਜ਼ਿੰਦਗੀ ਨੂੰ ਵੀ ਲੁਤਫਮਈ ਬਣਾ ਸਕਦੇ ਹਾਂ ਜੇ ਸਾਡੇ ਮਨ ਵਿੱਚ ਜਾਂ ਸਾਡਾ ਕੋਈ ਸ਼ੌਕ ਹੈ ਹਾਂਜੀ। ਉਸ ਨੂੰ ਅੱਗੇ ਵਧਾਇਆ ਜਾਏ, ਨਾ ਕਿ ਘਰ ਦੀ ਚਾਰ ਦੀਵਾਰੀ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਰੱਖ ਲਿਆ ਜਾਏ। ਅਸੀਂ ਆਪਣੀ ਜ਼ਿੰਦਗੀ ਨੂੰ ਜੀ ਸਕਦੇ ਹਾਂ ਵਧੀਆ ਢੰਗ ਦੇ ਨਾਲ। ਇਹ ਸਾਡੇ ਤੇ ਹੀ ਨਿਰਭਰ ਕਰਦਾ ਹੈ। ਹਾਂਜੀ, ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉ ਸਕਦੇ ਹਾਂ। ਜੀ। ਘਰ ਵਿੱਚ ਬੈਠਣ ਨਾਲ ਕਈ ਤਰ੍ਹਾਂ ਦੇ ਨੈਗੇਟਿਵ ਖਿਆਲ ਵੀ ਆਉਂਦੇ ਹਨ, ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਹੁੰਦੇ ਨੇ। ਇਸ ਤੋਂ ਵਧੀਆ ਹੈ ਕਿ ਬਾਹਰ ਦੇ ਕੰਮ ਕਰੋ, ਸੁਸਾਇਟੀ ਵਿੱਚ ਜਾਓ, ਜੀ ਜੀ ਬਾਹਰੋਂ ਕੰਮ ਕਰਦੇ ਘਰ ਨੂੰ ਮੋੜੋ ਜੀ ਤੇ ਹੱਸਦੇ ਖੇਡਦੇ ਘਰੋਂ ਜਾਓ ਤੇ ਹੱਸਦੇ ਖੇਡਦੇ ਬਾਹਰੋਂ ਆਓ। ਜੀ ਬਿਲਕੁਲ। ਰੌਚਕ ਜੀਵਨ ਜੀਓ। ਜ਼ਿੰਦਗੀ ਇੱਕ ਵਾਰ ਮਿਲਦੀ ਹੈ, ਇਹਨੂੰ ਜ਼ਿੰਦਗੀ ਜਿੰਦਾਬਾਦ ਬਣਾਓ। ਵਾਹ, ਬਿਲਕੁਲ ਜੀ। ਜ਼ਿੰਦਗੀ ਜ਼ਿੰਦਾਬਾਦ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਬਣਾਉਣੀ ਵੀ ਚਾਹੀਦੀ ਹੈ। ਇਹ ਸਰਦਾਰ ਅਮਰ ਸਿੰਘ ਸਿੱਧੂ, ਜਿਨ੍ਹਾਂ ਨੇ ਬੜਾ ਲੰਮੇ ਦਹਾਕੇ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਮਤਲਬ ਕਿ ਸੇਵਾਵਾਂ ਨਿਭਾਈਆਂ, ਅਤੇ ਸਾਹਿਤ ਦਾ ਜੇ ਮੈਂ ਵਿਸ਼ਾ ਕਰਾਂ ਜਾਂ ਮੈਂ ਡਾਇਰੈਕਸ਼ਨ ਦਾ, ਨਿਰਦੇਸ਼ਨ ਦਾ ਵਿਸ਼ਾ ਕਰਾਂ, ਇਹ ਬੜੇ ਓਪੋਜ਼ਿਟ ਵਿਸ਼ੇ ਨੇ। ਕਿਉਂਕਿ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਸਮਾਂ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਇਸ ਤਰ੍ਹਾਂ ਸਾਹਿਤ ਦੇ ਨਾਲ ਜੁੜ ਸਕੀਏ, ਜਾਂ ਕਈ ਵਾਰੀ ਰੁਝੇਵੇਂ ਇੰਨੇ ਹੁੰਦੇ ਨੇ, ਮੀਟਿੰਗਸ ਆ ਜਾਂਦੀਆਂ ਨੇ, ਕਦੀ ਕਿਤੇ ਜਾਣਾ ਪੈ ਜਾਂਦਾ ਹੈ, ਕਈ ਵਾਰੀ ਕਈ ਸਾਈਟਸ 'ਤੇ ਜਾਣਾ ਪੈ ਜਾਂਦਾ ਹੈ, ਅਤੇ ਅਸੀਂ ਆਪਣਾ ਸ਼ੌਕ ਨਹੀਂ ਵਧਾ ਸਕਦੇ। ਇਹ ਕਿਵੇਂ ਸਬੱਬ ਬਣਿਆ ਵੀ ਸਾਹਿਤ ਦੇ ਨਾਲ ਜੁੜ ਗਏ ਤੁਸੀਂ, ਨਿਰਦੇਸ਼ਨ ਦੇ ਨਾਲ ਜੁੜ ਗਏ, ਅਤੇ ਇੱਕ ਬੰਨੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਨਾਲ ਜੁੜੇ? ਕਈ ਵਾਰੀ ਆਪਾਂ ਨੂੰ ਸਰਕਾਰੀ ਨੌਕਰੀ ਕਰਦਿਆਂ ਜੀ ਐਸੇ ਵਿਸ਼ੇ ਮਿਲ ਜਾਂਦੇ ਹਨ ਕਿ ਲੱਗਦਾ ਹੈ ਵੀ ਇਸ ਵਿਸ਼ੇ ਨੂੰ ਉਭਾਰਿਆ ਜਾਵੇ। ਸੇਵਾ ਦੇ ਦੌਰਾਨ ਉਹ ਸਮਾਂ ਨਹੀਂ ਮਿਲਦਾ। ਬਿਲਕੁਲ। ਸੇਵਾ ਮੁਕਤੀ ਤੋਂ ਬਾਅਦ ਮੈਂ ਇੱਕ ਵਿਅੰਗ ਲਿਖਿਆ ਜੋ ਆਪਣੇ ਸਰਕਾਰੀ ਮਹਿਕਮੇ ਦੇ ਦੌਰਾਨ ਹੀ ਮੈਨੂੰ ਉਸ ਦਾ ਅਨੁਭਵ ਹੋਇਆ। ਜੀ। ਉਹ ਵਿਅੰਗ ਜਿਸ ਦਾ ਨਾਮ ਹੈ ਜਾਪਾਨੀ ਪੌਦੇ। ਜਾਪਾਨੀ ਪੌਦੇ। ਜਾਪਾਨੀ ਪੌਦੇ ਉਹ ਇੱਕ ਭ੍ਰਿਸ਼ਟਾਚਾਰ ਦੀ ਮੂੰਹ ਬੋਲ ਦੀ ਤਸਵੀਰ ਹੈ। ਜੀ ਜੀ। ਉਸ ਦਾ ਮੈਨੂੰ ਇੰਨਾ ਹੰਗਾਰਾ ਮਿਲਿਆ ਕਿ ਮੇਰੇ ਯਾਦ ਹੈ ਕਿ ਲੁਧਿਆਣੇ ਤੋਂ ਖਾਸ ਕਰਕੇ ਮੈਨੂੰ ਇੰਨੇ ਫੋਨ ਆਏ ਤੇ ਮੈਨੂੰ ਕਿਹਾ ਉਹਨਾਂ ਨੇ ਕਿ ਅਜਿਹੇ ਵਿਅੰਗ ਹੋਰ ਲਿਖੇ ਜਾਣ। ਹਾਂ, ਕੀ ਬਾਤ। ਹਾਂ, ਕਈ ਖਿਆਲ ਆਪਾਂ ਨੂੰ ਨੌਕਰੀ ਦੇ ਦੌਰਾਨ ਅਜਿਹੇ ਔੜ ਜਾਂਦੇ ਹੈ ਜੋ ਆਪਾਂ ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਆਪਣੀ ਕਲਮ ਦੁਆਰਾ ਲੋਕਾਂ ਦੇ ਸਾਹਮਣੇ ਲਿਆ ਸਕਦੇ ਹਾਂ। ਜੀ ਜੀ ਜੀ। ਹਾਂਜੀ। ਤੇ ਇਹ ਕਿਸ ਤਰ੍ਹਾਂ ਸਬੱਬ ਕਿਸ ਤਰ੍ਹਾਂ ਬਣਿਆ? ਤੁਸੀਂ ਸਾਹਿਤ ਦੇ ਖੇਤਰ ਦੇ ਨਾਲ ਜੁੜ ਗਏ। ਤੁਸੀਂ ਜਿਸ ਤਰ੍ਹਾਂ ਕਿਹਾ ਵੀ ਬਚਪਨ ਦੇ ਵਿੱਚ ਮੈਨੂੰ ਸ਼ੌਂਕ ਤੇ ਸੀ ਪਰ ਇੰਨਾ ਪ੍ਰਫੁੱਲਤ ਨਹੀਂ ਕਰ ਸਕਿਆ, ਕਿਸ ਤਰ੍ਹਾਂ ਫਿਰ ਨਿਰਦੇਸ਼ਨ ਵੀ ਤੁਹਾਡੇ ਨਾਲ ਜੁੜ ਗਿਆ, ਫਿਰ ਕਹਾਣੀਕਾਰ ਵੀ, ਫਿਰ ਤੁਸੀਂ ਕਈ ਸਭਾਵਾਂ ਦੇ ਨਾਲ ਵੀ ਜੁੜੇ ਹੋ? ਸਾਹਿਤ ਲਿਖਣ ਦਾ ਸਬੱਬ ਸੇਵਾ ਮੁਕਤੀ ਤੋਂ ਬਾਅਦ ਇਸ ਲਈ ਬਣਿਆ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਪ੍ਰਭਾਵਿਤ ਹਾਂ, ਜੋ ਕਿ ਜੁਗੋ ਜੁਗ ਅਟਲ ਹਨ। ਜੀ। ਇਸ ਵਿੱਚ 36 ਯੋਗਦਾਨੀਆਂ ਦੀ ਕਿਰਤ ਸ਼ਾਮਲ ਹੈ। ਜੀ। ਮੈਨੂੰ ਲੱਗਿਆ ਕਿ ਅੱਜ ਦੀ ਪੀੜ੍ਹੀ ਬਾਰੇ ਇਸ ਕਿਤਾਬ ਬਾਰੇ ਲਿਖ ਕੇ ਆਪਣੇ ਸਾਹਿਤਕ ਜੀਵਨ ਨੂੰ ਪ੍ਰਾਰੰਭ ਕੀਤਾ ਜਾਵੇ। ਤੇ ਛੋਟੀ ਕਿਤਾਬ ਹੋਣ ਕਰਕੇ ਇਹ ਪੜ੍ਹਨਯੋਗ ਹੈ। ਜੀ। ਤੇ ਇਸ ਨੂੰ ਪੜ੍ਹਦੇ ਹਨ ਤੇ ਇਸ ਦੇ 2 ਐਡੀਸ਼ਨ ਛਪ ਚੁੱਕੇ ਹਨ। ਇਸ ਤੋਂ ਬਾਅਦ ਮੇਰਾ ਸਫ਼ਰ ਫਿਰ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਮੈਂ ਧਾਰਮਿਕ ਪੁਸਤਕ ਬਾਬਾਣੀਆਂ ਕਹਾਣੀਆਂ ਗੁਰ ਇਤਿਹਾਸ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। ਜੀ।
ਤੇ ਘਰੇਲੂ ਮਾਹੌਲ ਕਿਸ ਤਰ੍ਹਾਂ ਦਾ ਪਰਿਵਾਰਕ ਸਹਿਯੋਗ ਤੁਹਾਨੂੰ ਮਿਲਿਆ ਵੀ ਤੁਹਾਡਾ ਜੋ ਸਮਾਂ ਸਾਹਿਤ ਵੱਲ ਲੱਗਾ ਸੀ ਉਹ ਵਧੀਆ ਲੰਘਿਆ? ਘਰੇਲੂ ਮਾਹੌਲ ਮੇਰੇ ਘਰ ਦਾ ਬਹੁਤ ਵਧੀਆ ਹੈ ਜੀ। ਜੀ। ਮੇਰੇ 3 ਬੱਚੇ ਹਨ, ਹੂੰ 2 ਬੇਟੀਆਂ ਹਨ, ਇੱਕ ਇੰਜੀਨੀਅਰ ਹੈ ਜੀ। ਉਹਦਾ ਪਤੀ ਵੀ ਇੰਜੀਨੀਅਰ ਹੈ, ਹੂੰ ਡਾਕਟਰ ਹੈ, ਉਹਦੇ ਘਰ ਵਾਲਾ ਵੀ ਡਾਕਟਰ ਹੈ, ਜੀ। ਤੇ ਮੇਰਾ ਬੇਟਾ ਅਮਰੀਕਾ ਸੈਟਲ ਹੈ, ਉਹਦੀ ਪਤਨੀ ਵੀ ਡਾਕਟਰ ਹੈ। ਹੂੰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਹੈ, ਬਲਕਿ ਮੇਰੀ ਪਤਨੀ ਨੇ ਤਾਂ ਮੇਰੀਆਂ ਕਈ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ। ਜੀ ਭਾਵੇਂ ਸਾਡੇ ਲਈ ਇਹ ਕੰਮ ਪਹਿਲਾਂ ਸੀ, ਪਹਿਲਾਂ ਅਸੀਂ ਕਿਸੇ ਤੇ ਟ੍ਰੇਨਿੰਗ ਨਹੀਂ ਲਈ ਸੀ, ਜੀ ਜੀ ਪਰੰਤੂ ਕੰਮ ਚੱਲ ਗਿਆ। ਜੀ ਜੀ ਜੀ। ਹਾਂਜੀ। ਤੇ ਅੱਜ ਦੇ ਨੌਜਵਾਨਾਂ ਦੀ ਮੈਂ ਜੇ ਗੱਲ ਕਰਾਂ, ਨੌਜਵਾਨ ਬਹੁਤ ਸਾਰੀਆਂ ਆਪਣੇ ਰੁਝੇਵਿਆਂ ਵਿੱਚ ਰੁੱਝੇ ਹੋਏ ਨੇ, ਨੌਕਰੀਆਂ ਵੀ ਕਰਦੇ ਪਏ ਨੇ, ਤੇ ਪਰ ਉਹ ਇੰਨੇ ਕੁ ਆਪਣੇ ਆਪ ਨੂੰ ਵਿਅਸਤ ਹੋ ਚੁੱਕੇ ਨੇ ਕਿ ਸ਼ਾਇਦ ਉਹਨਾਂ ਦੇ ਸ਼ੌਂਕ ਦੱਬੇ ਜਾ ਰਹੇ ਨੇ। ਤੇ ਜਦੋਂ ਸ਼ੌਕ ਜਵਾਨੀ 'ਚ ਦੱਬੇ ਜਾਣਗੇ ਤੇ ਸੇਵਾ ਮੁਕਤੀ ਤੋਂ ਬਾਅਦ ਅਸੀਂ ਉਹਨਾਂ ਨੂੰ ਉਜਾਗਰ ਨਹੀਂ ਕਰ ਸਕਦੇ। ਕਈ ਵਾਰੀ ਸਾਡਾ ਆਪਣਾ ਸੁਭਾਅ ਹੀ ਐਸਾ ਹੋ ਜਾਂਦਾ ਹੈ ਕਿ ਸਾਡਾ ਸ਼ੌਕ ਵੱਲ ਧਿਆਨ ਨਹੀਂ ਜਾਂਦਾ। ਤੁਸੀਂ ਇਸ ਗੱਲ ਨੂੰ ਕਿੰਨਾ ਕੁ ਸੁਚੇਤ ਹੋ ਕੇ ਲੈ ਰਹੇ ਹੋ ਕਿ ਵਾਕਈ ਨੌਜਵਾਨੀ ਆਪਣੇ ਆਪ ਨੂੰ ਜ਼ਿਆਦਾ ਹੀ ਰੁਝੇਵਿਆਂ ਦੇ ਵਿੱਚ ਲੈ ਕੇ ਚੱਲਦੀ ਹੈ, ਕਿਉਂਕਿ ਉਹਨਾਂ ਦੇ ਮਨਾਂ ਦੇ ਉੱਤੇ ਜਾਂ ਉਹਨਾਂ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਗੱਲ ਹੁੰਦੀ ਹੈ ਕਿ ਮੇਰੇ ਕੋਲ ਸਮਾਂ ਹੈ ਨਹੀਂ, ਮੇਰੇ ਕੋਲ ਸਮਾਂ ਹੈ ਨਹੀਂ? ਦੇਖੋ ਜੀ, ਸਮਾਂ ਹਰ ਕੋਲੇ ਹੈ। ਜੇ ਆਪਾਂ ਸਮਾਂ ਕੱਢਣਾ ਚਾਹਾਂਗੇ ਤਾਂ ਸਮਾਂ ਜ਼ਰੂਰ ਨਿਕਲ ਆਉਂਦਾ ਹੈ। ਇੱਕ ਡਿਸਪਲਿਨ ਬਣਾਉਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ। ਉਸ ਡਿਸਪਲਿਨ ਟਾਈਮ ਟੇਬਲ ਦੇ ਮੁਤਾਬਕ ਸਮਾਂ ਨਿਕਲ ਆਉਂਦਾ ਹੈ। ਮੈਂ ਦੇਖਿਆ ਹੈ ਕਿ ਕਈ ਨੌਜਵਾਨ ਸਾਡੀਆਂ ਸਾਹਿਤ ਸਭਾਵਾਂ ਵਿੱਚ ਆਉਂਦੇ ਹਨ ਜੀ, ਬੜਾ ਅੱਛਾ ਲਿਖਦੇ ਹਨ। ਉੱਥੇ ਉਹਨਾਂ ਦੀਆਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਹਨ, ਉਸ 'ਤੇ ਕਾਂਟ ਛਾਂਟ ਕੀਤੀ ਜਾਂਦੀ ਹੈ, ਆਲੋਚਨਾ ਕੀਤੀ ਜਾਂਦੀ ਹੈ, ਅਤੇ ਉਹ ਰਚਨਾਵਾਂ ਉਹਨਾਂ ਦੀਆਂ ਬੜੀਆਂ ਸਿਆਣੀਆਂ ਹੋ ਕੇ ਨਿਕਲਦੀਆਂ ਹਨ ਜੀ। ਪਰੰਤੂ ਕਈ ਵਾਰੀ ਇਹ ਵੀ ਦੇਖਿਆ ਹੈ ਕਿ ਪਾਰਕ ਵਿੱਚ ਬੈਠੇ ਲੋਕ ਇੱਕ ਦੂਜੇ ਬਾਰੇ ਗੱਪਸ਼ਪ ਕਰ ਰਹੇ ਹੁੰਦੇ ਹਨ ਜੀ, ਤੇ ਆਪਣਾ ਸਮਾਂ ਬਰਬਾਦ ਕਰ ਰਹੇ ਹੁੰਦੇ ਹਨ। ਜਦੋਂ ਕਿ ਮੈਂ ਕਈ ਵਾਰੀ ਖਿਆਲ ਕਰਦਾ ਹਾਂ ਕਿ ਉਹ ਘਰ ਜਾ ਕੇ ਆਪਣੇ ਪੋਤੇ ਪੋਤਿਆਂ ਨੂੰ ਵੀ ਪੜ੍ਹਾ ਸਕਦੇ ਹਨ, ਉਸੇ ਸਮੇਂ ਨੂੰ ਵਧੀਆ ਯੂਟਿਲਾਈਜ਼ ਕਰ ਸਕਦੇ ਹਨ। ਜੀ। ਤੁਸੀਂ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਗਏ ਹੋ, ਤੁਸੀਂ ਜੌਬ ਦੇ ਦੌਰਾਨ ਇੱਥੇ ਰਹੇ, ਜੌਬ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਉੱਥੇ ਬਾਹਰਲੀ ਕੰਟਰੀਜ਼ ਦੇ ਵਿੱਚ ਗਏ, ਕਈ ਲੋਕਾਂ ਦੇ ਨਾਲ ਵਿਚਰੇ ਵੀ ਹੋਵੋਗੇ, ਉੱਧਰ ਦਾ ਸਿਸਟਮ ਵੀ ਤੁਸੀਂ ਵੇਖਿਆ ਹੋਏਗਾ। ਕਿਸ ਤਰ੍ਹਾਂ ਦੀ ਜ਼ਿੰਦਗੀ ਉੱਧਰ ਦੀ ਜ਼ਿੰਦਗੀ ਹੈ ਜੋ ਸਾਡੀ ਭਾਰਤੀ ਜਾਂ ਸਾਡੀ ਪੰਜਾਬੀ ਜ਼ਿੰਦਗੀ ਨਾਲੋਂ ਤੁਸੀਂ ਵੱਖਰੀ ਦੇਖਦੇ ਹੋ? ਦੇਖੋ ਜੀ, ਉਹ ਬਾਹਰਲੇ ਦੇਸ਼ ਬਹੁਤ ਵਿਕਸਿਤ ਦੇਸ਼ ਹਨ। ਸਾਡਾ ਜਿਹੜਾ ਕੰਟਰੀ ਹੈ ਉਹ ਡਿਵੈਲਪਿੰਗ ਕੰਟਰੀ ਹੈ। ਅਸੀਂ ਹੌਲੀ ਹੌਲੀ ਡਿਵੈਲਪ ਹੋ ਰਹੇ ਹਾਂ, ਕੋਈ ਸ਼ੱਕ ਨਹੀਂ, ਪਰੰਤੂ ਉੱਥੋਂ ਦੇ ਜੇ ਰੂਲਸ ਨੇ, ਨਿਯਮ ਨੇ, ਉਹ ਇੱਕ ਇੱਕ ਕਦਮ ਤੁਹਾਡਾ ਅਸੂਲਾਂ ਵਿੱਚ ਬੱਝਿਆ ਹੋਇਆ ਹੈ ਜੀ। ਤੁਸੀਂ ਉੱਥੇ ਕੁਝ ਵੀ ਕੰਮ ਕਰਦੇ ਹੋ ਉਸ ਦੀ ਕੀਮਤ ਪੈਂਦੀ ਹੈ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ, ਮੈਂ ਸਿਰਫ ਇੱਕ ਕਵਿਤਾ ਉੱਥੇ ਲਿਖੀ ਸੀ, ਉਸੇ 'ਤੇ ਮੇਰੀ ਉਹ ਕਵਿਤਾ ਨੂੰ ਮੇਰਾ ਪੰਜਾਬੀ ਮੈਗਜ਼ੀਨ ਵਿੱਚ ਦਿੱਤਾ ਗਿਆ ਤੇ ਮੇਰੀ ਇੰਟਰਵਿਊ ਕੀਤੀ ਗਈ। ਉੱਥੇ ਜੋ ਵੀ ਕਰਦਾ ਹੈ ਉਸ ਦੀ ਕੀਮਤ ਪੈਂਦੀ ਹੈ। ਖਾਸ ਕਰਕੇ ਉੱਥੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਜੀ ਜੀ, ਉਹ ਬਹੁਤ ਵਧੀਆ ਨੇ। ਸਾਡੇ ਇੱਥੇ ਜੇ ਮੁੱਖ ਸਮੱਸਿਆ ਹੈ ਤਾਂ ਟ੍ਰੈਫਿਕ ਦੇ ਨਿਯਮਾਂ ਦੀ ਹੈ, ਤੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਹੀਂ ਤਾਂ ਸਾਡਾ ਦੇਸ਼, ਸਾਡੀ ਭੂਮੀ, ਸਾਡੇ ਲੋਕ ਬੜੇ ਮਿਹਨਤੀ ਹਨ, ਅਸੀਂ ਵੀ ਉਹਨਾਂ ਵਾਂਗੂ ਗਾਂਹ ਵੱਧ ਸਕਦੇ ਹਾਂ। ਜੀ ਜੀ। ਤੇ ਤੁਸੀਂ ਵੱਖ-ਵੱਖ ਸ਼ੈਲੀਆਂ ਦੀ ਗੱਲ ਕੀਤੀ ਵੀ ਕਵਿਤਾ ਦੇ ਵਿੱਚ ਜਾਂ ਕਹਾਣੀ ਦੇ ਵਿੱਚ ਕਈ ਤਰ੍ਹਾਂ ਦੀਆਂ ਸ਼ੈਲੀਆਂ ਹੁੰਦੀਆਂ ਨੇ। ਕਵਿਤਾ ਦੀ ਗੱਲ ਕਰ ਲਈਏ ਤਾਂ ਉਸ ਵਿੱਚ ਖੁੱਲ੍ਹੀ ਕਵਿਤਾ ਵੀ ਲਿਖੀ ਜਾਂਦੀ ਹੈ, ਗਜ਼ਲਾਂ ਦੀ ਵੀ ਗੱਲ ਹੁੰਦੀ ਹੈ, ਛੰਦਬੰਦੀ ਵੀ ਹੁੰਦੀ ਹੈ, ਬੈਂਤ ਕਵਿਤ, ਕਈ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਨੇ। ਇੱਕ ਤੁਹਾਡੀ ਕਿਤਾਬ ਆਈ ਸੀ ਜੋ ਹਾਈਕੂ ਦੇ ਉੱਤੇ ਲਿਖੀ ਗਈ ਸੀ, ਕਿਉਂਕਿ ਹਾਈਕੂ ਦਾ ਜੋ ਵਿਸ਼ਾ ਹੈ ਨਾ, ਇਹ ਬਹੁਤਾ ਹੈ ਤੇ ਬਾਹਰਲੀ ਕੰਟਰੀ ਤੋਂ ਸਾਡੇ ਦੇਸ਼ ਦੇ ਵਿੱਚ ਆਇਆ ਹੈ, ਪਰ ਹਾਲੇ ਬਹੁਤੇ ਲੋਕਾਂ ਦੇ ਵਿੱਚ ਇਹ ਪਸਰਿਆ ਨਹੀਂ ਹੈ। ਤੁਸੀਂ ਇਸ ਬਾਰੇ ਸਾਨੂੰ ਜ਼ਰੂਰ ਦੱਸੋ। ਹਾਂਜੀ, ਮੇਰੀ ਪੁਸਤਕ ਕੱਚ ਦੀ ਝਾਂਜਰ ਵਿੱਚ ਗਜ਼ਲਾਂ, ਗੀਤ ਤੇ ਕੁਝ ਹਾਈਕੂ ਦਿੱਤੇ ਗਏ ਹਨ। ਜੀ ਜੀ। ਹਾਈਕੂ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਾਈਕੂ ਇੱਕ ਜਾਪਾਨੀ ਵਿਧਾ ਹੈ। ਇਹ 3 ਪੰਕਤੀਆਂ ਦੀ ਇੱਕ ਛੋਟਾ ਕਾਵਿ ਰੂਪ ਹੈ ਜਿਸ ਵਿੱਚ 3 ਸਤਰਾਂ ਹੁੰਦੀਆਂ ਹਨ। ਉੱਪਰਲੀਆਂ ਤੇ ਹੇਠਲੀਆਂ ਸਤਰਾਂ ਛੋਟੀਆਂ ਤੇ ਵਿਚਕਾਰਲੀ ਸਤਰ ਨੂੰ ਲੰਬਾ ਰੱਖਿਆ ਜਾਂਦਾ ਹੈ ਜੀ। ਇਸ ਵਿੱਚ 2 ਬਿੰਬ ਆਪਸ ਵਿੱਚ ਨੇੜੇ ਤੇੜੇ ਰੱਖੇ ਜਾਂਦੇ ਹਨ। ਇਸ ਹਾਈਕੂ ਨੂੰ ਸਮਝਾਉਣ ਵਾਸਤੇ ਮੈਂ ਇੱਕ ਮਿਸਾਲ ਦੇਵਾਂ ਕਿ ਗੁਰੂਦੇਵ ਰਵਿੰਦਰਨਾਥ ਟੈਗੋਰ ਜੀ 1914 ਵਿੱਚ ਜੀ, ਉਹ ਭਾਰਤ ਦੇ ਬੜੇ ਸਾਹਿਤਕਾਰ ਤੇ ਵਿਦਵਾਨ ਸਨ। ਉਹਨਾਂ ਨੂੰ ਉਸ ਸਮੇਂ 1914 'ਚ ਨੋਬਲ ਪ੍ਰਾਈਜ਼ ਮਿਲਿਆ ਤੇ 1916 ਦੇ ਵਿੱਚ ਉਹਨਾਂ ਨੇ ਆਪਣੀ ਜਾਪਾਨ ਯਾਤਰਾ ਪੁਸਤਕ ਵਿੱਚ ਹਾਈਕੂ ਦਾ ਵਰਣਨ ਬੜੇ ਹੀ ਪ੍ਰਸ਼ੰਸਾ ਭਰੇ ਸ਼ਬਦਾਂ ਰਾਹੀਂ ਕੀਤਾ ਹੈ। ਜੀ ਜੀ ਜੀ। ਉਸੇ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਵਿੱਚ ਆਪਣੇ ਹਾਈਕੂ ਪੇਸ਼ ਕੀਤੇ ਹਨ। ਜੀ ਜੀ ਜੀ, ਸਾਡੇ ਨਾਲ ਵੀ ਉਹ ਜ਼ਰੂਰ ਸਾਂਝੇ ਕਰੋ। ਹਾਂਜੀ ਹਾਂਜੀ। ਜੀ ਜੀ ਜੀ।
ਕਿਉਂਕਿ ਕਵਿਤਾ ਇੱਕ ਦੋਸਤੋ ਐਸਾ ਸਾਹਿਤ ਹੈ ਸਾਡੇ ਕੋਲ ਜਿਸ ਦੇ ਨਾਲ ਅਸੀਂ ਜੇ ਇਕੱਲੇ ਵੀ ਹੁੰਦੇ ਰਹੀਏ ਤਾਂ ਕਈ ਵਾਰੀ ਚੰਨ ਸਤਰਾਂ ਦੇ ਨਾਲ ਇਸ ਢੰਗ ਦੇ ਨਾਲ ਜੁੜ ਜਾਂਦੇ ਹਾਂ ਕਿ ਸਾਡੀਆਂ ਭਾਵਨਾਵਾਂ ਵੀ ਪ੍ਰਗਟ ਹੋ ਜਾਂਦੀਆਂ ਨੇ, ਅਤੇ ਕਈ ਵਾਰੀ ਕੁਝ ਸਵਾਲ ਸਾਡੇ ਜ਼ਿਹਨ ਦੇ ਵਿੱਚ ਹੁੰਦੇ ਨੇ, ਉਹ 4 ਲਾਈਨਾਂ ਦੇ ਵਿੱਚ ਉਹਨਾਂ ਸਵਾਲਾਂ ਦਾ ਜਵਾਬ ਵੀ ਮਿਲ ਜਾਂਦਾ ਹੈ। ਸਰਦਾਰ ਅਮਰ ਸਿੰਘ ਸਿੱਧੂ ਜੀ, ਹਾਈਕੂ ਦੇ ਉੱਤੇ। ਹਾਂਜੀ, ਹਾਈਕੂ। ਵਿਸਾਖ ਮਹੀਨਾ, ਵਿਸਾਖ ਮਹੀਨਾ ਕਣਕ ਦੀ ਬੱਲੀ ਬਿਨਾਂ ਲਾਕਰੋਂ ਸੋਨਾ। ਕਿਆ ਬਾਤ ਹੈ। ਤੇਰੀਆਂ ਉਡੀਕਾਂ ਕੈਨਵਸ ਤੇ ਸਜਾਇਆ ਸੱਜਰਾ, 2 ਪੰਛੀਆਂ ਦਾ ਜੋੜਾ। ਕਿਆ ਬਾਤ, ਕਿਆ ਬਾਤ। ਸਿਖਰ ਦੁਪਹਿਰ 3 ਸਵਾਰੀਆਂ ਕਰਾਉਣ ਰਿਕਸ਼ੇ ਵਾਲੇ ਤੋਂ ਛੋਟ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਪ੍ਰੈਲ ਮਹੀਨਾ ਚਾਹ ਵੇਲੇ ਦੀ ਕਰੇ ਉਡੀਕ, ਹਾੜੀ ਵੱਢਦਾ ਕੰਮ ਆ। ਅਗਲਾ ਹਿੱਕੂ ਹੈ ਜੀ, ਭੁੱਖਾ ਤਿੱਤਰ ਜੀ। ਭੁੱਖਾ ਤਿੱਤਰ ਖੇਤ 'ਚ ਚੋਗਾ ਪਿਆ ਚੁਗੇ। ਵਾਹ, ਕਿਆ ਬਾਤਾਂ ਜੀ। ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾ ਸਕਦੇ ਹਾਂ। ਸੇਵਾ ਮੁਕਤੀ ਦੀ ਗੱਲ ਚੱਲ ਰਹੀ ਹੈ, ਜ਼ਿੰਦਗੀ ਦੀ ਗੱਲ ਚੱਲ ਰਹੀ ਹੈ, ਅਤੇ ਸ਼ੌਕ ਦੀ ਗੱਲ ਚੱਲ ਰਹੀ ਹੈ। ਜੇ ਅਸੀਂ ਸ਼ੌਕ ਨੂੰ ਅੱਗੇ ਵਧਾਵਾਂਗੇ ਤਾਂ ਅਸੀਂ ਆਪਣੀ ਨੌਕਰੀ ਵਾਲੇ ਰੁਝੇਵੇਂ ਤੋਂ ਬਾਅਦ ਵਾਲੀ ਜ਼ਿੰਦਗੀ, ਯਾਨੀ ਕਿ ਸੇਵਾ ਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਨੂੰ ਵੀ ਬੜੇ ਪਿਆਰ ਦੇ ਨਾਲ, ਬੜੇ ਸੁਚੱਜੇ ਢੰਗ ਦੇ ਨਾਲ ਜੀ ਸਕਦੇ ਹਾਂ। ਅਸੀਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਹੈ ਜੀ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਇੱਕ ਗੀਤ ਦਾ। ਆਓ ਜੁੜਦੇ ਹਾਂ ਗੀਤ ਦੇ ਨਾਲ। ਸਾਉਦਾ ਮੁਖ ਵੇਖਣਾ ਏ, ਪਿਆ ਸਾਉਦਾ ਮੁਖ ਵੇਖਣਾ। ਸੱਜਣਾ ਲੁਕ ਲੁਕ ਵੇਖਣਾ ਹੈ, ਕਿ ਅਸਾਂ ਉਹਦਾ ਮੁਖ ਵੇਖਣਾ। ਅੱਲਾ ਫਸਲਾਂ ਵਾਲੀਆਂ ਝੋਲੀਆਂ ਭਰਦੇ, ਫਸਲਾਂ ਵਾਲੀਆਂ ਝੋਲੀਆਂ ਭਰਦੇ। ਉਹਨੇ ਸੰਗਣਾ ਹੈ, ਉਹਨੇ ਸੰਗਣਾ ਤੇ ਨਾਲ ਸ਼ਰਮਾਉਣਾ, ਉਹਨੇ ਸੰਗਣਾ ਤੇ ਨਾਲ ਸ਼ਰਮਾਉਣਾ। ਕਿ ਅਸਾਂ ਕੁੰਡੇ ਚੁੱਕ ਵੇਖਣਾ ਹੈ, ਕਿ ਅਸਾਂ ਉਹਦਾ ਮੁਖ ਵੇਖਣਾ। ਸ਼ਗਨਾਂ ਵਾਲੀਆਂ ਖੜੀਆਂ ਆਈਆਂ, ਸ਼ਗਨਾਂ ਵਾਲੀਆਂ ਖੜੀਆਂ ਆਈਆਂ। ਹਾਸੇ
ਰਾਜੇ ਰਾਜੀ ਵੇਖਣਾ ਏ ਕਿ ਅਸੀਂ ਰਾਜੇ ਰਾਜ ਵੇਖਣਾ ਸਾਡਾ ਇੱਕ ਵਾਰੀ ਮੇਲ ਕਰਾ ਦੇ ਕਿ ਅਸਾਂ ਉਹਦਾ ਮੁਖ ਵੇਖਣਾ ਏ ਕਿ ਅਸਾਂ ਜੀ ਦੋਸਤੋ, ਗੱਲਾਂ ਤੇ ਗੀਤ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੇਵਾ ਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਦੀ, ਤੇ ਨਾਲ ਦੇ ਨਾਲ ਅਸੀਂ ਪੰਛੀ ਝਾਤ ਵੀ ਮਾਰ ਰਹੇ ਹਾਂ ਸਰਦਾਰ ਅਮਰ ਸਿੰਘ ਸਿੱਧੂ ਜੀ ਦੀ ਜ਼ਿੰਦਗੀ ਦੇ ਉੱਤੇ, ਜੋ ਕਿ ਇੱਕ ਉੱਘੇ ਸਾਹਿਤਕਾਰ ਨੇ, ਜਿਨ੍ਹਾਂ ਨੇ ਕਹਾਣੀਆਂ ਵੀ ਲਿਖੀਆਂ ਨੇ, ਜਿਨ੍ਹਾਂ ਨੇ ਕਈ ਗਜ਼ਲਾਂ ਗੀਤਾਂ ਦੇ ਸੰਗ੍ਰਹਿ ਪਾਠਕਾਂ ਦੀ ਝੋਲੀ ਵਿੱਚ ਪਾਏ ਨੇ, ਤੇ ਬਤੌਰ SDO ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਕਈ ਦਹਾਕੇ ਸੇਵਾਵਾਂ ਵੀ ਨਿਭਾਈਆਂ ਨੇ। ਇਹ ਸਰਦਾਰ ਅਮਰ ਸਿੰਘ ਸਿੱਧੂ ਜੀ, ਅਸੀਂ ਤੁਹਾਡੀਆਂ ਕਵਿਤਾਵਾਂ ਦੇ ਨਾਲ ਵੀ ਜੁੜੇ, ਅਸੀਂ ਤੁਹਾਡੇ ਹਾਈਕੂ ਦੇ ਨਾਲ ਵੀ ਜੁੜੇ, ਤੁਹਾਡੀ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਅਸੀਂ ਨਾਲ ਨਾਲ ਝਾਤ ਮਾਰ ਰਹੇ ਹਾਂ, ਤੇ ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਦੀ ਵੀ ਗੱਲ ਕਰ ਰਹੇ ਹਾਂ। ਸੇਵਾ ਮੁਕਤੀ ਦੀ ਮੈਂ ਗੱਲ ਕਰਦਾ, ਸੇਵਾ ਮੁਕਤੀ ਤੋਂ ਬਾਅਦ ਨਾ ਕਈ ਤਰ੍ਹਾਂ ਦੇ ਸੰਗਠਨ ਬਣਦੇ ਨੇ, ਕਈ ਤਰ੍ਹਾਂ ਦੀਆਂ ਯੂਨੀਅਨਾਂ ਬਣਦੀਆਂ ਨੇ ਜੋ ਰਿਟਾਇਰਡ ਪਰਸਨ ਬਣਾਉਂਦੇ ਨੇ। ਬਹੁਤ ਵਧੀਆ ਗੱਲ ਹੈ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਆਪਣੇ ਜੋ ਸਾਨੂੰ ਸਰਕਾਰੀ ਦਰਬਾਰੇ ਸਾਡੀ ਆਵਾਜ਼ ਜਾਣੀ ਚਾਹੀਦੀ ਹੈ ਉਹ ਜਾਂਦੀ ਵੀ ਹੈ ਉਹਨਾਂ ਯੂਨੀਅਨ ਦਾ ਕਰਕੇ। ਪਰ ਕਦੀ ਐਸੇ ਸੰਗਠਨ ਨਹੀਂ ਵੇਖੇ ਜੋ ਸਾਡੇ ਰਿਟਾਇਰਡ ਪਰਸਨ ਕਹਿਣ ਕਿ ਅਸੀਂ ਤਜਰਬੇ ਆਪਣੇ ਨੌਜਵਾਨਾਂ ਦੇ ਨਾਲ ਸਾਂਝੇ ਕਰਨੇ ਨੇ। ਕਦੀ ਐਸੀਆਂ ਗੱਲਾਂ ਨਹੀਂ ਵੇਖੀਆਂ ਵੀ ਰਿਟਾਇਰਡ ਪਰਸਨ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਲੈਕਚਰ ਦਿੰਦੇ ਹੋਣ ਵੀ ਬੱਚਿਓ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਕੀਤਾ, ਜੇ ਅਸੀਂ ਫੌਜ 'ਚ ਨੌਕਰੀ ਨਿਭਾਈ ਜਾਂ ਅਸੀਂ ਫਲਾਣੇ ਡਿਪਾਰਟਮੈਂਟ ਵਿੱਚ ਨੌਕਰੀ ਨਿਭਾਈ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਕੰਮ ਕਰੋ, ਤੁਸੀਂ ਮਤਲਬ ਕਿ ਸਮਾਜ ਭਲਾਈ ਦੇ ਕੰਮ ਕਰੋ। ਤੁਸੀਂ ਇਸ ਗੱਲ ਨੂੰ ਕਿੰਨਾ ਕੁ ਠੀਕ ਸਮਝਦੇ ਹੋ? ਕਿ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਯੂਨੀਅਨ ਤੋਂ ਇਲਾਵਾ ਹੋਰ ਵੀ ਐਸੇ ਲੋਕ ਭਲਾਈ ਕੰਮ ਕਰਨੇ ਚਾਹੀਦੇ ਜਿਨ੍ਹਾਂ ਦੇ ਨਾਲ ਸਮਾਜ ਸਾਰਥਕ ਬਣੇ? ਹਾਂਜੀ, ਦੇਖੋ ਸਮੇਂ ਦੇ ਨਾਲ ਸਾਰਾ ਸਿਸਟਮ ਬਦਲ ਚੁੱਕਿਆ ਹੈ ਜੀ। ਨੌਜਵਾਨਾਂ ਕੋਲੇ ਕੋਈ ਸਮਾਂ ਨਹੀਂ ਹੈ। ਉਹ ਅੱਜ ਕੱਲ੍ਹ +2 ਜਾਂ 10ਵੀਂ ਕਰਦੇ ਹਨ, ਆਈਲੈਟਸ ਕਰਨ ਤੋਂ ਬਾਅਦ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ। ਰਿਟਾਇਰਮੈਂਟ ਤੋਂ ਬਾਅਦ ਸੰਗਠਨਾਂ ਬਣਨੀਆਂ ਚਾਹੀਦੀਆਂ ਹਨ ਜੋ ਕਿ ਬੱਚਿਆਂ ਨੂੰ ਸੇਧ ਦੇਣ ਕਿ ਅਸੀਂ ਆਪਣੇ ਜੀਵਨ ਦੇ ਵਿੱਚ, ਅਸੀਂ ਆਪਣੀ ਉਮਰ ਦੇ ਵਿੱਚ ਇਸ ਤਰ੍ਹਾਂ ਦੇ ਵਧੀਆ ਕੰਮ ਕਰਦੇ ਰਹੇ ਹਾਂ, ਤੁਸੀਂ ਵੀ ਕਰੋ। ਲੇਕਿਨ ਸਿਸਟਮ ਦੇ ਬਦਲਣ ਨਾਲ ਜ਼ਿੰਦਗੀ ਦੀ ਕਾਹਲ ਇੰਨੀ ਵੱਧ ਗਈ ਹੈ ਕਿ ਜ਼ਿਆਦਾਤਰ ਲੋਕ ਬਾਹਰ ਪਲਾਇਨ ਹੋ ਰਹੇ ਹਨ ਜੀ। ਲੇਕਿਨ ਜਿਹੜੇ ਸਕੂਲ 'ਚੋਂ ਮੈਂ 10ਵੀਂ ਕੀਤੀ ਹੈ ਜੀ, ਅਸੀਂ ਉਸ ਸਕੂਲ ਦੀ ਇੱਕ ਸੰਸਥਾ ਬਣਾਈ ਹੈ, ਓਲਡ ਸਟੂਡੈਂਟਸ ਐਸੋਸੀਏਸ਼ਨ। ਕਿਆ ਬਾਤ। ਅਸੀਂ ਉਸ ਸਕੂਲ ਦੇ ਵਿੱਚ ਜਾ ਕੇ ਪੁਰਾਣੇ ਸਟੂਡੈਂਟਸ ਅੱਜ ਦੀ ਉਮਰ ਦੇ ਇਕੱਠੇ ਹੋ ਕੇ ਉਸ ਸਕੂਲ ਦੇ ਵਿੱਚ ਜੋ ਅਸੀਂ ਡਿਵੀਜ਼ਨਾਂ ਲਈਆਂ, ਚੰਗੇ ਨੰਬਰ ਲੈ ਕੇ ਪਾਸ ਹੋਏ ਹਾਂ, ਉੱਥੇ ਜਾ ਕੇ ਉਹਨਾਂ ਨੂੰ ਜੋ ਕੁਝ ਤੁਸੀਂ ਕਿਹਾ ਹੈ ਅਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਗਰੀਬ ਬੱਚੇ ਹੁੰਦੇ ਹਨ ਉਹਨਾਂ ਨੂੰ ਵਰਦੀ, ਪੈਨਸਲਾਂ, ਬੁੱਕਸ ਉਹ ਵੀ ਸਪਲਾਈ ਕਰਦੇ ਹਾਂ। ਕਿਆ ਬਾਤ। ਇਸ ਤੋਂ ਇਲਾਵਾ ਅਸੀਂ ਪੈਨਸ਼ਨਰਜ਼ ਯੂਨੀਅਨ ਬਣਾਈ ਹੈ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ। ਉੱਥੇ ਅਸੀਂ ਬੈਠ ਕੇ ਆਪਾਂ ਗੱਪਸ਼ਪ ਵੀ ਕਰਦੇ ਹਾਂ। ਜੋ ਸਰਕਾਰ ਕਰ ਰਹੀ ਹੈ, ਪੈਨਸ਼ਨਰਾਂ ਪ੍ਰਤੀ ਕਰ ਰਹੀ ਹੈ, ਉਸ ਦੇ ਬਾਰੇ ਵੀ ਸਾਰਾ ਕੁਝ ਰਿਵਿਊ ਕਰਦੇ ਹਾਂ। ਅਤੇ ਉੱਥੇ ਆਪਦੇ ਸ਼ੌਂਕ ਮੁਤਾਬਕ ਜੋ ਕੋਈ ਟੈਲੈਂਟ ਰੱਖਦਾ ਹੈ, ਕੁਛ ਨਾ ਕੁਛ ਉੱਥੇ ਕੋਈ ਲਤੀਫਾ, ਕੋਈ ਕਵਿਤਾ, ਕੋਈ ਕਹਾਣੀ ਉਹ ਵੀ ਸੁਣਾਉਂਦਾ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਉਸ ਐਸੋਸੀਏਸ਼ਨ ਦੇ ਵਿੱਚ ਬਹੁਤ ਆਨੰਦ ਮਾਣਦੇ ਹਾਂ। ਕਿਆ ਬਾਤ ਹੈ। ਇਸ ਤਰ੍ਹਾਂ ਦੇ ਗੈਟ ਟੂਗੈਦਰ ਹੋਣੀਆਂ ਵੀ ਚਾਹੀਦੀਆਂ ਨੇ ਤਾਂ ਜੋ ਅਸੀਂ ਇਸ ਸਮਾਜ ਦੇ ਨਾਲ ਵੀ ਜੁੜੇ ਰਹੀਏ ਤੇ ਆਪਣੀਆਂ ਭਾਵਨਾਵਾਂ ਨੂੰ ਵੀ ਇੱਕ ਦੂਜੇ ਦੇ ਨਾਲ ਪ੍ਰਗਟ ਕਰ ਸਕੀਏ। ਤੇ ਇੱਕ ਸਮਾਂ ਉਹ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਸੱਥਾਂ ਹੁੰਦੀਆਂ ਸਨ, ਉਹਨਾਂ ਦੇ ਵਿੱਚ ਬਜ਼ੁਰਗ ਬੰਦੇ ਵੀ ਬੈਠਦੇ ਹੁੰਦੇ ਸਨ, ਉਹਨਾਂ ਦੇ ਵਿੱਚ ਰਿਟਾਇਰਡ ਬੰਦੇ ਵੀ ਬੈਠਦੇ ਹੁੰਦੇ ਸਨ। ਖਾਸ ਕਰਕੇ ਮੈਂ ਆਪਣੀ ਗੱਲ ਕਰਾਂ, ਜਦੋਂ ਅਸੀਂ ਪਿੰਡ ਦੇ ਵਿੱਚ ਬੈਠਦੇ ਸਾਂ ਤੇ ਪਿੰਡ ਦੇ ਫੌਜੀ ਲੋਕਾਂ ਨੇ ਸਾਡੇ ਵਿੱਚ ਆ ਕੇ ਬੈਠ ਜਾਣਾ, ਜੋ ਦੇਸ਼ ਪ੍ਰਤੀ ਉਹਨਾਂ ਨੇ ਸੇਵਾਵਾਂ ਨਿਭਾਈਆਂ। ਉਹ ਰਿਟਾਇਰਡ ਬੰਦਿਆਂ ਨੇ ਸਾਨੂੰ ਉਹ ਮਾਹੌਲ ਦੱਸਣਾ ਵੀ ਅਸੀਂ ਫੌਜ ਦੇ ਵਿੱਚ ਕਿਸ ਤਰ੍ਹਾਂ ਦੀ ਨੌਕਰੀ ਕੀਤੀ। ਇਸ ਤਰ੍ਹਾਂ ਹੋਰ ਵੀ ਵੱਖ-ਵੱਖ ਡਿਪਾਰਟਮੈਂਟ ਦੇ ਨਾਲ ਜੋ ਵਿਭਾਗਾਂ ਦੇ ਨਾਲ ਜੁੜੇ ਹੁੰਦੇ ਸਨ, ਉਹ ਵੀ ਤਜਰਬੇ ਆਪਣੇ ਸ਼ੇਅਰ ਕਰਦੇ ਹੁੰਦੇ ਸਨ ਬੱਚਿਆਂ ਦੇ ਨਾਲ। ਕੀ ਉਹ ਸੱਥਾਂ, ਕੀ ਉਹੋ ਜਿਹੇ ਮਾਹੌਲ ਅੱਜ ਲੱਭਦੇ ਨੇ ਜਿੱਥੇ ਸੇਵਾ ਮੁਕਤ ਬੰਦੇ ਨੌਜਵਾਨਾਂ ਦੇ ਨਾਲ ਤਜਰਬੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸ਼ੇਅਰ ਕਰ ਰਹੇ ਨੇ? ਦੇਖੋ ਜੀ, ਪਿੰਡਾਂ ਦਾ ਜਿਹੜਾ ਜੀਵਨ ਪਹਿਲਾਂ ਵਾਲਾ ਸੀ ਜੀ, ਉਹ ਦੇਖਿਆ ਜਾਵੇ ਤਾਂ ਬਹੁਤ ਵਧੀਆ ਲੱਗਦਾ ਹੈ। ਉਹ ਪਿੰਡਾਂ ਦੀਆਂ ਸੱਥਾਂ, ਪਿੰਡਾਂ ਦੇ ਖੁੰਡ, ਪਿੰਡਾਂ ਦੀਆਂ ਧਰਮਸ਼ਾਲਾਵਾਂ, ਗੁਰਦੁਆਰਾ ਸਾਹਿਬ ਵਿੱਚ ਮੰਜੇ ਡਹੇ ਹੋਣੇ, ਇੱਥੇ ਬੈਠ ਕੇ ਗੱਪਸ਼ਪ ਮਾਰਨੇ, ਗੱਲਾਂ ਕਰਨੀਆਂ, ਇੱਕ ਦੂਜੇ ਦੇ ਮਸਲੇ ਹੱਲ ਕਰਨੇ, ਉਹ ਅੱਜ ਅਲੋਪ ਹੋ ਗਏ ਜਾਪਦੇ ਹਨ। ਜੀ, ਜਿਹੜੇ ਕਿ ਲੱਗਦਾ ਹੈ ਵੀ ਉਹ ਪਿਰਤਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਸੀ। ਜੀ ਜੀ ਜੀ। ਅੱਜ ਕੱਲ੍ਹ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਚੰਗਾ ਸਾਹਿਤ, ਲੜਕੇ ਜਿਹੜੇ ਉਹ ਰੀਡਰ ਨਹੀਂ ਰਹੇ, ਪਾਠਕ ਨਹੀਂ ਰਹੇ, ਉਹ ਪੜ੍ਹਨਾ ਨਹੀਂ ਚਾਹੁੰਦੇ, ਸਿਰਫ ਵੇਖਣਾ ਹੀ ਚਾਹੁੰਦੇ ਹਨ। ਜੀ ਜੀ ਜੀ।
ਹਾਂ ਬਿਲਕੁਲ ਜੀ, ਇੰਡੀਪੈਂਡੈਂਟ ਥੋਟਸ ਦੀ ਕਿਤੇ ਨਾ ਕਿਤੇ ਤੇ ਆਜ਼ਾਦ ਵਿਚਾਰਾਂ ਦੀ ਕਮੀ ਸਮਾਜ ਦੇ ਵਿੱਚ ਹੈ। ਪਰ ਇਹ ਜੋ ਸਾਡਾ ਯੂਥ ਹੈ ਨਾ, ਕਹਿੰਦੇ ਨੇ ਯੂਥ ਆਰ ਦੀ ਬਿਲਡਰ ਆਫ ਦੀ ਨੇਸ਼ਨ। ਸਮਾਜ ਨੂੰ ਬਣਾ ਸਕਦੇ ਨੇ, ਸਮਾਜ ਦੀਆਂ ਦਿਸ਼ਾ ਦਸ਼ਾ ਨੂੰ ਠੀਕ ਕਰ ਸਕਦੇ ਨੇ ਨੌਜਵਾਨ। ਉਹਨਾਂ ਦੇ ਉੱਤੇ ਬਹੁਤ ਵੱਡਾ ਭਾਰ ਹੈ ਤੇ ਸਾਨੂੰ ਵੀ ਸਿੱਖਣਾ ਚਾਹੀਦਾ ਹੈ ਉਹਨਾਂ ਲੋਕਾਂ ਕੋਲ ਜੋ ਸੇਵਾ ਮੁਕਤ ਹੋਏ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਦੇਸ਼ ਨੂੰ ਦਿੱਤਾ ਹੈ, ਵੱਖ-ਵੱਖ ਵਿਭਾਗਾਂ ਨੂੰ ਦਿੱਤਾ ਹੈ, ਤੇ ਅਸੀਂ ਉਹਨਾਂ ਦੇ ਤਜਰਬਿਆਂ ਦੇ ਨਾਲ ਆਪਣੀ ਨੌਜਵਾਨੀ ਨੂੰ ਸੰਵਾਰ ਸਕਦੇ ਹਾਂ। ਇਹ ਸਰਦਾਰ ਅਮਰ ਸਿੰਘ ਸਿੱਧੂ ਜੀ, ਤੁਸੀਂ ਮਤਲਬ ਕਿ ਇਹ ਫਿਲਮ ਲਾਈਨ ਦੇ ਨਾਲ ਵੀ ਜੁੜੇ ਹੋਏ ਹੋ, ਤੁਸੀਂ ਨਿਰਦੇਸ਼ਨ ਕੀਤੇ ਨੇ ਕਈ ਫਿਲਮਾਂ ਦੇ, ਤੁਸੀਂ ਬਤੌਰ ਪ੍ਰੋਡਿਊਸਰ ਸਾਹਮਣੇ ਆਏ ਹੋ, ਹੈ ਨਾ। ਜਦੋਂ ਤੁਸੀਂ ਕੋਈ ਕਨਸੈਪਟ ਲੈਂਦੇ ਹੋ ਵੀ ਇਸ ਤਰ੍ਹਾਂ ਦਾ ਕਨਸੈਪਟ ਬਣਨਾ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਦੀ ਚੀਜ਼ ਦਰਸ਼ਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ, ਤਾਂ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ? ਕਰੋਨਾ ਕਾਲ ਦੇ ਸਮੇਂ ਵਿੱਚ ਮੈਂ ਕੈਨੇਡਾ ਵਿਖੇ ਸਾਂ ਜੀ। ਉੱਥੇ ਕਰੋਨਾ ਦੀ ਵਜ੍ਹਾ ਕਰਕੇ ਮੈਂ ਉੱਥੇ ਕਾਫੀ ਮਹੀਨੇ ਬੇਲੋੜਾ ਫਸਿਆ ਰਿਹਾ ਹਾਂ ਜੀ। ਉੱਥੇ ਵੇਲ ਜ਼ਿਆਦਾ ਹੋਣ ਕਰਕੇ ਮੈਂ ਕਰੋਨਾ ਸੰਬੰਧੀ ਵੀ ਇੱਕ ਕਵਿਤਾ ਲਿਖੀ ਹੈ। ਇਸ ਕਰਕੇ ਸਮੇਂ ਨੂੰ ਜਿੱਥੇ ਵੀ ਜਾਂਦਾ ਹਾਂ ਯੂਟੀਲਾਈਜ਼ ਕਰਦਾ ਹਾਂ। ਵਾਹ, ਕੀ ਬਾਤ ਹੈ। ਤੇ ਸਮੇਂ ਨੂੰ ਯੂਟੀਲਾਈਜ਼ ਕਰਨਾ ਚਾਹੀਦਾ ਹੈ। ਕਹਿੰਦੇ ਨੇ ਸਮਾਂ ਬੜਾ ਬਲਵਾਨ ਬੇਲੀਓ, ਸਮਾਂ ਬੜਾ ਬਲਵਾਨ। ਸਮਾਂ ਬੰਦੇ ਨੂੰ ਤਖਤ ਬਿਠਾਵੇ, ਸਮਾਂ ਬੰਦੇ ਨੂੰ ਵਕਤ 'ਚ ਪਾਵੇ, ਸਮਾਂ ਬੰਦੇ ਦੀ ਕੱਢ ਲੈਂਦਾ ਜਾਨ, ਸਮਾਂ ਬੜਾ ਬਲਵਾਨ। ਸਮਾਂ ਵਾਕਈ ਬਲਵਾਨ ਹੈ। ਇੱਕ ਸਮਾਂ ਉਦੋਂ ਸੀ ਜਦੋਂ ਜ਼ਿੰਦਗੀ ਬਹੁਤ ਭੱਜਦੀ ਦੌੜਦੀ ਸੀ। ਪਰ ਤੁਸੀਂ ਜਾਣਦੇ ਹੋ ਕਿ 2 ਸਾਲ ਪਹਿਲਾਂ ਜਿਸ ਤਰ੍ਹਾਂ ਕਰੋਨਾ ਨੇ ਸਾਡੀ ਜ਼ਿੰਦਗੀ ਨੂੰ ਖਿਲਾਰ ਦਿੱਤਾ, ਤੇ ਉਸ ਸਮੇਂ ਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਿਆ ਕਿ ਕੁਦਰਤ ਕੀ ਹੈ, ਸਾਨੂੰ ਦੇਖਣ ਨੂੰ ਮਿਲਿਆ। ਪਰ ਕਰੋਨਾ ਦਾ ਸਮਾਂ ਜਿਉਂ-ਜਿਉਂ ਸਰਕਾਰੀ ਰਿਸਟ੍ਰਿਕਸ਼ਨਸ ਘਟੀਆਂ, ਫਿਰ ਉਸੇ ਤਰ੍ਹਾਂ ਦਾ ਮਾਹੌਲ ਆ ਗਿਆ। ਜੇ ਮੈਂ ਕੋਵਿਡ ਟਾਈਮ ਦੀ ਗੱਲ ਕਰਾਂ, ਜਦੋਂ ਕਰੋਨਾ ਕਾਲ ਸੀ, ਉਸ ਸਮੇਂ ਦੌਰਾਨ ਬਹੁਤ ਸਾਰੇ ਲੇਖਕ, ਬਹੁਤ ਸਾਰੇ ਸਿੰਗਰ ਸਾਹਮਣੇ ਆਏ, ਤੇ ਬੜੀ ਖੁਸ਼ੀ ਹੋਈ ਜਦੋਂ ਸੋਸ਼ਲ ਸਾਈਟਸ 'ਤੇ ਵੇਖੀਦਾ ਸੀ ਕਿ ਚਿੱਟੇ ਦਾੜਿਆਂ ਵਾਲੇ ਵੀ ਸਾਡੇ ਸਾਹਮਣੇ ਆਉਂਦੇ ਸਨ, ਜਿਹੜੇ ਆਪਣੇ ਜਿੱਥੇ ਤਜਰਬੇ ਸਾਂਝੇ ਕਰਦੇ ਸਨ, ਉੱਥੇ ਕਈ ਤਰ੍ਹਾਂ ਦੀਆਂ ਗੀਤ ਗਜ਼ਲਾਂ ਵੀ ਸਾਂਝੀਆਂ ਕਰਦੇ ਸਨ। ਉੱਥੋਂ ਇਹ ਮਿਲਿਆ ਸਿੱਖਣ ਨੂੰ ਵੀ ਸਮੇਂ ਦੇ ਨਾਲ ਸ਼ੌਕ ਮਰਦੇ ਨਹੀਂ, ਪਰ ਜੇ ਅਸੀਂ ਚਾਹੀਏ ਤਾਂ ਸ਼ੌਕ ਨੂੰ ਜ਼ਿੰਦਾ ਵੀ ਕਰ ਸਕਦੇ ਹਾਂ। ਤੁਸੀਂ ਉਸ ਕਾਲ ਨੂੰ ਕਿਵੇਂ ਲੈਂਦੇ ਹੋ? ਉਸ ਕਾਲ ਨੂੰ ਦੇਖੋ, ਜੋ ਉਸ ਤਰ੍ਹਾਂ ਦੀ ਭਿਆਨਕ ਬਿਮਾਰੀ ਆ ਗਈ ਸੀ, ਉੱਥੇ ਜਿੱਥੇ ਮਨੁੱਖਤਾ ਦਾ ਘਾਣ ਹੋਇਆ, ਇੰਨੀਆਂ ਮੌਤਾਂ ਹੋਈਆਂ ਨੇ ਜੀ। ਉਸ ਸੰਬੰਧੀ ਸਾਰੀਆਂ ਸਰਕਾਰਾਂ ਤੇ ਸਭ ਪਬਲਿਕ ਬੇਬਸ ਸੀ। ਬਿਲਕੁਲ। ਪਰੰਤੂ ਜੋ ਲੋਕ ਉਸ ਸਮੇਂ ਨੂੰ ਵੀ ਵਧੀਆ ਢੰਗ ਨਾਲ ਨੇਪਰੇ ਚਾੜਨਾ ਚਾਹੁੰਦੇ ਸਨ, ਉਹ ਘਰੇ ਬੈਠੇ ਹੀ ਕੁਛ ਨਾ ਕੁਛ ਆਪਣਾ ਪੋਜ਼ਿਟਿਵ ਕੰਮ ਕਰਦੇ ਰਹੇ ਹਨ। ਜੀ। ਮੈਂ ਇੱਕ ਹੋਰ ਰਚਨਾ ਵੀ ਉਹਨਾਂ ਦਿਨਾਂ ਵਿੱਚ ਹੀ ਲਿਖੀ, ਜਪਜੀ ਸਾਹਿਬ ਦਾ ਪਾਠ ਕਰਕੇ ਮੈਂ ਸ਼ੁੱਧ ਆਚਰਣ ਵਿੱਚ ਕਿਆ ਬਾਤ ਤਿਆਰ ਕੀਤਾ ਹੈ। ਕਿਆ ਬਾਤ ਹੈ ਜੀ। ਅਤੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਜਿੱਥੇ ਅਸੀਂ ਸੇਵਾ ਮੁਕਤੀ ਦੀ ਗੱਲ ਕਰ ਰਹੇ ਹਾਂ, ਉੱਥੇ ਇੱਕ ਸੇਵਾ ਮੁਕਤ ਸ਼ਖਸੀਅਤ ਦੇ ਨਾਲ ਬੈਠੇ ਹਾਂ ਜੋ SDO ਰਿਟਾਇਰਡ ਹੋਏ ਨੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚੋਂ, ਸਾਹਿਤ ਦੇ ਨਾਲ ਜੁੜੇ ਨੇ, ਕਿ ਉਹਨਾਂ ਇੱਕ ਸਾਹਿਤ ਦਾ ਇੱਕ ਰੰਗ ਹੋਰ ਸਾਡੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਪੇਸ਼ ਕੀਤਾ ਜਾਵੇ ਸਰਦਾਰ ਅਮਰ ਸਿੰਘ ਸਿੱਧੂ ਵੱਲੋਂ। ਪਹਿਲਾਂ ਹੈਕੂ ਹੋ ਚੁੱਕੇ ਹਨ, ਹੁਣ ਮੈਂ ਤੁਹਾਨੂੰ ਇੱਕ ਗਜ਼ਲ ਪੇਸ਼ ਕਰਦਾ ਹਾਂ। ਜੀ ਜੀ। ਚਹਿਕ ਦੇ ਸੰਗੀਤ ਦੀ ਪ੍ਰਭਾਤ ਹੈ, ਚਹਿਕ ਤੇ ਸੰਗੀਤ ਦੀ ਪ੍ਰਭਾਤ ਹੈ, ਹੁਸਨ ਕੁਦਰਤ ਦੀ ਕੋਈ ਸੌਗਾਤ ਹੈ। ਹਾਂ, ਹੁਸਨ ਕੁਦਰਤ ਦੀ ਕੋਈ ਸੌਗਾਤ ਹੈ। ਸਹਿਜ ਮਨ ਦੇ ਵਲਵਲੇ ਮਚਲੇ ਜਦੋਂ, ਜਾਗ ਉੱਠੇ ਖਲਬਲੀ ਜਜ਼ਬਾਤ ਹੈ। ਕਿਆ ਬਾਤ। ਦਿਲ ਦਾ ਮਹਿਰਮ ਦਿਲ 'ਚ ਵਸ ਕੇ ਰਮ ਗਿਆ, ਦਿਲ ਦਾ ਮਹਿਰਮ ਦਿਲ 'ਚ ਵਸ ਕੇ ਰਮ ਗਿਆ, ਇਸ ਤੋਂ ਵੱਡੀ ਵੀ ਕੀ ਸੌਗਾਤ ਹੈ। ਵਾਹ ਵਾਹ। ਤਿਤਲੀਆਂ ਦੇ ਕੋਲ ਜਾ ਕੇ ਜਾਣਿਆ, ਤਿਤਲੀਆਂ ਦੇ ਕੋਲ ਜਾ ਕੇ ਜਾਣਿਆ, ਸਾਰਿਆਂ ਫੁੱਲਾਂ ਦੀ ਇੱਕੋ ਜਾਤ ਹੈ। ਵਾਹ ਵਾਹ। ਰਾਤ ਦੇ ਨੈਣਾਂ 'ਚ ਹੁਣ ਤੱਕ ਅਥਰੂ, ਰਾਤ ਦੇ ਨੈਣਾਂ 'ਚ ਹੁਣ ਤੱਕ ਅਥਰੂ, ਚੰਦਰੇ ਦਿਨ ਦੀ ਅਜਬ ਬਰਸਾਤ ਹੈ। ਵਾਹ। ਤਾਂਗ ਸੀ ਜੋ ਸਿਖਰ ਤੇ ਚੜ੍ਹ ਜਾਣ ਦੀ, ਤਾਂਗ ਸੀ ਜੋ ਸਿਖਰ ਤੇ ਚੜ੍ਹ ਜਾਣ ਦੀ, ਵੱਧ ਨਾ ਸਕਿਆ ਬੇਵਫਾ ਹਾਲਾਤ ਹੈ। ਵਾਹ। ਆਖਰੀ ਜੀ ਸ਼ੇਅਰ ਹੈ ਜੀ। ਯਾਰ ਖਾਤਰ ਲੈ ਘੜਾ ਸੋਹਣੀ ਤੁਰੀ, ਯਾਰ ਖਾਤਰ ਲੈ ਘੜਾ ਸੋਹਣੀ ਤੁਰੀ, ਐ ਅਮਰ ਇਹ ਇਸ਼ਕ ਦੀ ਰੱਬੀ ਦਾਤ ਹੈ। ਵਾਹ। ਐ ਅਮਰ ਇਸ਼ਕ ਦੀ ਰੱਬੀ ਦਾਤ ਹੈ। ਵਾਕਈ ਜੀ, ਕੋਈ ਵੀ ਸ਼ੌਂਕ ਹੋ ਜਾਵੇ, ਇਹ ਵੀ ਇੱਕ ਇਸ਼ਕ ਹੁੰਦਾ ਹੈ। ਇੱਕ ਇਸ਼ਕ ਹਕੀਕੀ ਬਣਦਾ ਹੈ ਜੇ ਅਸੀਂ ਇਸ ਸ਼ੌਂਕ ਦੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਖੋਬ ਲੈਂਦੇ ਹਾਂ
ਕਿ ਉਹ ਸ਼ੌਕ ਹੀਰਾ ਬਣ ਕੇ ਸਾਹਮਣੇ ਆ ਜਾਂਦਾ ਹੈ। ਇਹ ਕਿ ਸੇਵਾ ਮੁਕਤੀ ਤੋਂ ਬਾਅਦ ਤੁਸੀਂ ਮਤਲਬ ਕਿ ਸਾਹਿਤ ਦੇ ਨਾਲ ਵੀ ਜੁੜੇ, ਨਿਰਦੇਸ਼ਨ ਦੇ ਨਾਲ ਵੀ ਜੁੜੇ, ਤੇ ਕਈ ਇਨਸਾਨ ਐਸੇ ਵੀ ਨੇ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੇ ਆਪ ਨੂੰ ਨਾ ਆਪਣੀਆਂ ਸੋਚਾਂ ਦੇ ਵਿੱਚ ਹੀ ਘੇਰ ਕੇ ਬੈਠ ਜਾਂਦੇ ਹਨ। ਉਹਨਾਂ ਸੋਚਾਂ ਵਿੱਚ ਜੋ ਘਿਰ ਜਾਂਦੇ ਹਨ, ਉਹਨਾਂ ਨੂੰ ਕਿੰਨੀ ਕੁ ਉਡਾਰੀ ਦੀ ਲੋੜ ਹੈ, ਕਿਸ ਤਰ੍ਹਾਂ ਉਹ ਖੁੱਲ੍ਹੇ ਅਸਮਾਨ ਨੂੰ ਵੇਖ ਸਕਣ, ਕਿਸ ਤਰ੍ਹਾਂ ਉਹ ਜ਼ਿੰਦਗੀ ਨੂੰ ਮਾਣ ਸਕਣ। ਸੇਵਾ ਮੁਕਤੀ ਤੋਂ ਬਾਅਦ ਮੈਂ ਸਮਝਦਾ ਹਰ ਆਦਮੀ ਨੂੰ ਆਪਣਾ ਜੋ ਟੈਲੈਂਟ ਆਪਣੇ ਵਿੱਚ ਛੁਪਿਆ ਹੋਇਆ ਹੈ ਉਸ ਨੂੰ ਉਭਾਰਨਾ ਚਾਹੀਦਾ ਹੈ। ਚੰਗੇ ਕੰਮ ਕਰਨੇ ਚਾਹੀਦੇ ਨੇ, ਚੰਗੀ ਸੋਚ, ਸਮਾਜ ਸੁਧਾਰਕ ਕੰਮ ਕਰਨੇ ਚਾਹੀਦੇ ਹਨ। ਟਾਈਮ ਨੇ ਤਾਂ ਬੀਤ ਹੀ ਜਾਣਾ ਹੈ। ਘਰੇ ਬੈਠਣ ਦਾ ਕੋਈ ਆਈਡੀਆ ਨਹੀਂ ਹੈ। ਅਸੀਂ ਐਸੇ ਕੰਮ ਕਰੀਏ ਜੋ ਸਾਡੇ ਜਾਣ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਰੱਖਣ, ਫਲਾਣਾ ਕੰਮ ਕਰ ਗਿਆ। ਅਸੀਂ ਜਿੰਦੇ ਰਹੀਏ, ਮਰਨ ਤੋਂ ਬਾਅਦ ਵੀ ਜਿੰਦੇ ਰਹੀਏ। ਬਿਲਕੁਲ, ਉਹ ਕੰਮ ਸਾਨੂੰ ਕਰ ਲੈਣੇ ਚਾਹੀਦੇ ਹਨ। ਬਿਲਕੁਲ। ਘਰੇ ਆਲਸ ਵਿੱਚ ਬੈਠਣਾ ਇੱਕ ਮਾਨਸਿਕ ਤਣਾਅ ਪੈਦਾ ਕਰਨ ਦੇ ਬਰਾਬਰ ਹੈ। ਜੀ, ਕਿਆ ਬਾਤ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਅਸੀਂ ਤੁਹਾਡੇ ਕੋਲੋਂ ਤੁਹਾਡੀ ਕੋਈ ਰਚਨਾ ਜ਼ਰੂਰ ਸੁਣੀਏ, ਤਾਂ ਜੋ ਇਸ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਜਾਂਦੇ ਜਾਂਦੇ ਸਾਹਿਤਕ ਮਾਹੌਲ ਬਣਿਆ ਰਹੇ। ਇੱਕ ਗਜ਼ਲ ਮੈਂ ਤੁਹਾਡੀ ਜੀ, ਨਜ਼ਰ ਫੇਰ ਕਰ ਰਿਹਾ ਜੀ, ਜੋ ਕਿ ਰੱਬ ਨੂੰ ਮੁਖਾਤਬ ਹੈ। ਜੀ ਜੀ ਜੀ, ਜ਼ਰੂਰ। ਰਾਤ ਹੋਵੇ ਦੂਰ ਮੈਂ ਪ੍ਰਭਾਤ ਬਣ ਕੇ ਤੁਰ ਪਾਵਾਂ, ਲੱਪ ਚਾਨਣ ਬਖਸ਼ ਦੇ ਸੌਗਾਤ ਬਣ ਕੇ ਤੁਰ ਪਾਵਾਂ। ਵਾਹ। ਗੰਦਲੇ ਮੌਸਮ ਅਜੇ ਵੀ ਰੋਕਦੇ ਨੇ ਕਾਫਲਾ, ਚੀਰ ਕੇ ਕਾਲੀ ਘਟਾ ਬਰਸਾਤ ਬਣ ਕੇ ਤੁਰ ਪਾਵਾਂ। ਲਿਖ ਸਕਾਂ ਜੋ ਜੀ ਕਰੇ, ਲਿਖ ਸਕਾਂ ਜੋ ਜੀ ਕਰੇ, ਤੌਫੀਕ ਮੈਨੂੰ ਬਖਸ਼ ਦੇ, ਸੱਚ ਦੇ ਸੂਰਜ ਤਰ੍ਹਾਂ ਬਲਵਾਨ ਬਣ ਕੇ ਤੁਰ ਪਾਵਾਂ। ਸਹਿਜ ਸੁਖ ਬਾਣੀ ਤੇ ਸਤ ਸੰਤੋਖ ਦੇਵੀ ਮਾਲਕਾ, ਤਾਂ ਕਿ ਹਰ ਪਲ ਹੀ ਰਜ਼ਾ ਦੀ ਬਾਤ ਬਣ ਕੇ ਤੁਰ ਪਾਵਾਂ। ਵਾਹ। ਪੱਤਿਆਂ ਦੀ ਮਹਿਕ ਤੇਰੀ, ਪੱਤਿਆਂ ਦੀ ਮਹਿਕ ਤੇਰੀ ਹੀ ਖੁਦਾਈ ਜਾਪਦੀ, ਘੋਲ ਹਰਿਆਲੀ ਮੈਂ ਤੇਰੀ ਜਾਤ ਬਣ ਕੇ ਤੁਰ ਪਾਵਾਂ। ਜ਼ਿੰਦਗੀ ਨੂੰ ਜਾਗ ਐਸਾ ਜੀਣ ਜੋਗਾ ਲਾ ਦਿਓ, ਜ਼ਿੰਦਗੀ ਨੂੰ ਜਾਗ ਐਸਾ ਜੀਣ ਜੋਗਾ ਲਾ ਦਿਓ, ਸਾਗਰੋਂ ਰਤਨਾਗਰੋਂ ਬਹੁਤਾਤ ਬਣ ਕੇ ਤੁਰ ਪਾਵਾਂ। ਵਾਹ। ਆਖਰੀ ਸ਼ੇਰ। ਜੀ ਜੀ। ਮੈਂ ਕਲਮ ਫੜ ਕੇ ਗਜ਼ਲ ਛੇੜਾਂ, ਮੈਂ ਕਲਮ ਫੜ ਕੇ ਗਜ਼ਲ ਛੇੜਾਂ, ਮੁਹੱਬਤ ਪਾਉਣ ਦੀ ਮੋਹ ਭਰੇ ਸਿੱਧੂ ਲਈ ਜਜ਼ਬਾਤ ਬਣ ਕੇ ਤੁਰ ਪਾਵਾਂ। ਮੋਹ ਭਰੇ ਸਿੱਧੂ ਲਈ ਜਜ਼ਬਾਤ ਬਣ ਕੇ ਤੁਰ ਪਾਵਾਂ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਆਏ, ਜਿੱਥੇ ਅਸੀਂ ਤੁਹਾਡੀ ਨਿੱਜੀ ਜ਼ਿੰਦਗੀ ਤੇ ਝਾਤ ਪਾਈ, ਉੱਥੇ ਨਾਲ ਦੇ ਨਾਲ ਸੇਵਾ ਮੁਕਤੀ ਤੋਂ ਬਾਅਦ ਜ਼ਿੰਦਗੀ ਨੂੰ ਕਿਵੇਂ ਅਸੀਂ ਹਸੀਨ ਬਣਾ ਸਕਦੇ ਹਾਂ ਉਸ ਉੱਤੇ ਵੀ ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਜੀ। ਜਿੰਦ ਟਿੱਕੇ ਡੋਲੇ ਖਾਂਦੀ, ਹਿਜਰ ਤੇਰੇ ਜਿੰਦਰੇ ਮਾਰੇ, ਗੱਲ ਇੱਕ ਵੀ ਨਾ ਬੋਲੀ ਜਾਂਦੀ, ਗੱਲ ਇੱਕ ਵੀ ਨਾ ਬੋਲੀ